ਹੈਲੋ एवरीवन ਵੈਲਕਮ ਟੂ ਆਈਪੀਸੀ ਇੰਸਟੀਚਿਊਟ। ਆਈਪੀਸੀ ਇੰਸਟੀਚਿਊਟ ਦੇ YouTube ਚੈਨਲ ਉੱਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਈ ਹੋਪ ਕਿ ਤੁਸੀਂ ਸਾਰੇ ਹੈਲਥੀ ਹੋਵੋਗੇ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਨਵਾਂ ਸਾਲ 2023 ਚੜ੍ਹ ਚੁੱਕਿਆ ਹੈ ਤੇ ਤੁਸੀਂ ਸਭ ਨੇ ਆਪਦੇ ਰੈਜ਼ੋਲੂਸ਼ਨਸ ਲੈ ਲਏ ਹੋਣਗੇ ਕਿ ਅਸੀਂ ਇਸ ਸਾਲ ਵਿੱਚ ਇਹ ਕੁਝ ਕਰਨਾ ਹੈ। ਉਸ ਤਰੀਕੇ ਨਾਲ ਹੀ ਆਈਪੀਸੀ ਇੰਸਟੀਚਿਊਟ ਨੇ ਵੀ ਆਪਣਾ ਇੱਕ ਨਵਾਂ ਰੈਜ਼ੋਲੂਸ਼ਨ ਲਿਆ ਹੈ ਇਸ ਨਿਊ ਈਅਰ ਦਾ ਕਿ ਅਸੀਂ ਆਪਣੀ ਆਨਲਾਈਨ ਫੈਮਿਲੀ ਨੂੰ ਹੁਣ ਵਧਾਵਾਂਗੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ 1K ਹੋਣ ਵਾਲੇ ਹਾਂ ਤਾਂ ਸਾਡੀ ਹੈਲਪ ਕਰੋ ਜਲਦੀ ਤੋਂ ਜਲਦੀ 1K ਹੋਣ ਦੇ ਵਿੱਚ। ਆਫਲਾਈਨ ਆਪਣਾ ਕੰਮ ਬਹੁਤ ਸੋਹਣਾ ਚੱਲ ਰਿਹਾ ਹੈ, ਕੋਚਿੰਗ ਬੱਚੇ ਲੈ ਰਹੇ ਨੇ, ਰਿਜ਼ਲਟ ਬਹੁਤ ਵਧੀਆ ਆ ਰਹੇ ਨੇ। ਪਰ ਜਿਹੜੇ ਬੱਚੇ ਸਾਡੇ ਤੱਕ ਆਫਲਾਈਨ ਨਹੀਂ ਆ ਸਕਦੇ, ਸਾਨੂੰ ਬਹੁਤ ਮੈਸੇਜਸ ਆਉਂਦੇ ਨੇ ਕਿ ਸਾਨੂੰ ਆਨਲਾਈਨ ਮਟੀਰੀਅਲ ਪ੍ਰੋਵਾਈਡ ਕਰਵਾ ਦਿਓ, ਆਨਲਾਈਨ ਕੋਚਿੰਗ ਪ੍ਰੋਵਾਈਡ ਕਰਵਾ ਦਿਓ। ਤਾਂ 2023 ਹੁਣ ਅਸੀਂ ਆਨਲਾਈਨ ਉੱਤੇ ਜ਼ਿਆਦਾ ਜ਼ੋਰ ਦੇਵਾਂਗੇ। ਤਾਂ ਇਹ ਹੋਊਗਾ ਸਿਰਫ ਤੁਹਾਡੀ ਹੈਲਪ ਨਾਲ, ਤੁਹਾਡੇ ਬਿਨਾਂ ਅਸੀਂ ਕੁਛ ਵੀ ਨਹੀਂ ਹੈਗੇ। ਤਾਂ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰਿਓ। ਸਾਡੀਆਂ ਜੋ ਵੀ ਤੁਹਾਨੂੰ ਵੀਡੀਓਜ਼ ਚੰਗੀਆਂ ਲੱਗਣ ਉਸ ਨੂੰ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਿਓ। ਅਤੇ ਕਿਤੇ ਵੀ ਕੋਈ ਕਮੀ ਲੱਗੇ, ਕਿਤੇ ਕੋਈ ਸਬਜੈਕਟ ਦੇ ਵਿੱਚ, ਕਿਸੇ ਟੌਪਿਕ ਦੇ ਵਿੱਚ, ਕਿਸੇ ਵੀਡੀਓ ਦੇ ਵਿੱਚ, ਤਾਂ ਪਲੀਜ਼ ਆਪਦਾ ਫੀਡਬੈਕ ਜ਼ਰੂਰ ਦਿਓ। ਫੀਡਬੈਕ ਤੁਸੀਂ ਸਾਨੂੰ ਸਾਡੇ ਇੰਸਟਾਗ੍ਰਾਮ ਉੱਪਰ ਵੀ ਦੇ ਸਕਦੇ ਹੋ ਆ ਕੇ ਮੈਸੇਜ ਕਰਕੇ, ਟੈਲੀਗ੍ਰਾਮ ਉੱਪਰ ਵੀ ਦੇ ਸਕਦੇ ਹੋ ਅਤੇ YouTube ਦੇ ਉੱਪਰ ਕਮੈਂਟਾਂ ਦੇ ਵਿੱਚ ਵੀ ਦੇ ਸਕਦੇ ਹੋ। ਅਤੇ 2023 ਦੀ ਅੱਜ ਦੀ ਆਪਣੀ ਜੋ ਵੀਡੀਓ ਹੈ ਪਹਿਲੀ ਵੀਡੀਓ ਹੋਣ ਵਾਲੀ ਹੈ, ਜਿਸ ਵਿੱਚ ਆਪਾਂ ਕਵਰ ਕਰਾਂਗੇ ਕਰੰਟ ਅਫੇਅਰਸ ਫਰੋਮ 1 ਜਨਵਰੀ ਟੂ 7 ਜਨਵਰੀ। ਇਹ ਕਰੰਟ ਅਫੇਅਰ ਬਾਈਲੈਂਗੁਅਲ ਨੇ, ਪੰਜਾਬੀ ਐਂਡ ਇੰਗਲਿਸ਼ ਦੋਨਾਂ ਵਿੱਚ ਹੀ ਨੇ ਅਤੇ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਨੇ ਇੱਕ ਹਫ਼ਤੇ ਦੇ। ਇਸ ਤੋਂ ਬਾਹਰ ਇਹ ਇੱਕ ਹਫ਼ਤਾ ਕਿਤੇ ਨਹੀਂ ਜਾਂਦਾ। ਤਾਂ ਬੜੇ ਧਿਆਨ ਨਾਲ ਇਹਦੇ ਨੋਟਸ ਪ੍ਰਪੇਅਰ ਕਰ ਲਿਓ। ਬਾਕੀ ਇਹਦੀ PDF ਤੁਹਾਨੂੰ ਸਾਡੇ ਟੈਲੀਗ੍ਰਾਮ ਦੇ ਉੱਪਰ ਮਿਲ ਜਾਏਗੀ। ਠੀਕ ਹੈ ਜੀ। ਅਤੇ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਆਈ ਇੰਟਰੋਡਿਊਸ ਮਾਈਸੈਲਫ ਬਲਰਾਜ ਸੋਮਲ ਐਂਡ ਆਈ ਐਮ ਦਾ ਓਨਰ ਆਫ IPC ਇੰਸਟੀਚਿਊਟ। ਇਸ ਲੈਕਚਰ ਰਿਗਾਰਡਿੰਗ ਸਾਡੇ ਔਨਲਾਈਨ ਕੋਰਸਿਸ ਰਿਗਾਰਡਿੰਗ ਤੁਸੀਂ ਕੋਈ ਵੀ ਕੁਐਰੀ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਦੇ ਉੱਤੇ ਲੈ ਸਕਦੇ ਹੋ। ਔਨਲਾਈਨ ਕੋਰਸਿਸ ਦੇ ਵਿੱਚ ਜ਼ਿਆਦਾ ਰੇਸ਼ੋ ਹੋਏਗੀ ਕਿ ਤੁਹਾਨੂੰ ਫ੍ਰੀ ਹੀ ਸਭ ਕੁਝ ਪ੍ਰੋਵਾਈਡ ਕਰਵਾਇਆ ਜਾਵੇ, ਪਰ ਜਿੰਨਾ ਕੁ ਹੋ ਸਕਿਆ ਜੋ ਅਸੀਂ ਪੇਡ ਕਰਿਆ ਗਿਆ ਅਸੀਂ ਤੁਹਾਨੂੰ ਪੇਡ ਵੀ ਦੱਸ ਦੇਵਾਂਗੇ ਕਿ ਇਹ ਸਾਡੀ ਚੀਜ਼ ਪੇਡ ਹੈ ਅਤੇ ਇਹ ਸਾਡੀ ਫ੍ਰੀ ਹੈ। ਤਾਂ ਮੇਨਲੀ YouTube ਉੱਪਰ ਜੋ ਤੁਹਾਨੂੰ ਚੀਜ਼ ਮਿਲੇਗੀ ਉਹ ਸਾਰੀ ਫ੍ਰੀ ਹੀ ਮਿਲੇਗੀ ਅਤੇ ਪੂਰੀ ਜ਼ਿਆਦਾ ਵਧੀਆ ਕੁਆਲਿਟੀ ਐਂਡ ਕੁਆਂਟਿਟੀ ਦੇ ਵਿੱਚ ਮਿਲੇਗੀ। ਇਹ ਨਹੀਂ ਹੈ ਕਿ ਤੁਹਾਨੂੰ 5 ਮਿੰਟ ਦੀ ਵੀਡੀਓ 10 ਮਿੰਟ ਦੀ ਵੀਡੀਓ ਦੇਵਾਂਗੇ, ਘੰਟੇ ਦੇ ਲੈਕਚਰ ਹੋਣਗੇ, ਬਹੁਤ ਵਧੀਆ ਕੁਆਲਿਟੀ ਦੇ ਨਾਲ ਹੋਣਗੇ। ਠੀਕ ਹੈ ਜੀ। ਤਾਂ ਫੋਲੋ ਕਰੋ ਅੱਗੇ ਆਉਣ ਵਾਲੇ ਲੈਕਚਰਸ ਦੇ ਲਈ ਵੀ, ਅਤੇ ਕੋਸ਼ਿਸ਼ ਕਰਾਂਗੇ ਡੇਲੀ ਕਰੰਟ ਅਫੇਅਰ ਲੈ ਕੇ, ਅਜੇ ਵੀਕਲੀ ਆ ਰਹੇ ਨੇ, ਡੇਲੀ ਕਰੰਟ ਅਫੇਅਰ ਲੈ ਕੇ ਆਉਣ ਦੀ ਵੀ ਪੂਰੀ ਟਰਾਈ ਕਰਾਂਗੇ। ਅਤੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਇੰਸਟਾਗ੍ਰਾਮ, ਟੈਲੀਗ੍ਰਾਮ, WhatsApp ਐਂਡ Facebook ਦੇ ਉੱਪਰ। ਸਾਡਾ IPC ਇੰਸਟੀਚਿਊਟ ਦਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਆਪਣੇ ਨਾਲ ਦੇ ਫਰੈਂਡਸ ਤੋਂ ਵੀ ਸਬਸਕ੍ਰਾਈਬ ਕਰਾਇਓ, ਤਾਂ ਕਿ ਆਉਣ ਵਾਲੇ ਫਿਊਚਰ ਵਿੱਚ ਜੋ ਵੀ ਲੈਕਚਰਸ ਵੀਡੀਓਜ਼ ਹੋਣਗੀਆਂ ਉਹ ਤੁਸੀਂ ਇਕੱਲੇ ਨਹੀਂ, ਤੁਹਾਡੇ ਨਾਲ ਦੇ ਫਰੈਂਡਸ ਵਗੈਰਾ ਵੀ ਦੇਖ ਕੇ ਆਪਣੀ ਪ੍ਰੈਪਰੇਸ਼ਨ ਦੇ ਵਿੱਚ ਸਾਡਾ ਇੱਕ ਯੋਗਦਾਨ ਲੈ ਸਕਣ ਅਤੇ ਸਾਡੀ ਹੈਲਪ ਲੈ ਸਕਣ। ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਇੰਸਟੀਚਿਊਟ ਵਿੱਚ ਪੜ੍ਹ ਰਹੇ ਹੋ, ਕੁਛ ਵੀ ਕਰ ਰਹੇ ਹੋ, ਤੁਹਾਡਾ ਕੋਈ ਵੀ ਡਾਊਟ ਹੋਏਗਾ, ਕੁਛ ਵੀ ਹੈ, ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਉੱਪਰ ਮੈਸੇਜ ਕਰ ਸਕਦੇ ਹੋ, ਕਮੈਂਟ ਵਿੱਚ ਆਪਦਾ ਡਾਊਟ ਦੱਸ ਸਕਦੇ ਹੋ, ਅਤੇ ਟੈਲੀਗ੍ਰਾਮ ਉੱਪਰ ਵੀ ਸਾਨੂੰ ਮੈਸੇਜ ਕਰ ਸਕਦੇ ਹੋ। ਕਲੀਅਰ ਜੀ। ਤਾਂ ਜੀ ਸਟਾਰਟ ਕਰਦੇ ਹਾਂ ਅੱਜ ਦਾ ਆਪਣਾ ਇਹ ਲੈਕਚਰ। ਆਪਣੇ ਲੈਕਚਰ ਦੇ ਵਿੱਚ ਜੋ ਫਸਟ ਕਰੰਟ ਅਫੇਅਰ ਹੈ ਡੈਟ ਇਜ਼ ਦ ਧਨੂ ਯਾਤਰਾ। ਧਨੂ ਯਾਤਰਾ ਉਤਸਵ ਸਭ ਤੋਂ ਵੱਡੇ ਓਪਨ ਏਅਰ ਥੀਏਟਰ ਫੈਸਟੀਵਲ ਦੀ ਸ਼ੁਰੂਆਤ ਹਾਲ ਹੀ ਵਿੱਚ ਕਿਸ ਰਾਜ ਵਿੱਚ ਹੋਈ ਹੈ? ਦ ਧਨੂ ਯਾਤਰਾ ਫੈਸਟੀਵਲ ਦਾ ਲਾਰਜੈਸਟ ਓਪਨ ਏਅਰ ਥੀਏਟਰ ਫੈਸਟੀਵਲ ਬਿਗਨ ਇਨ ਵਿਚ ਸਟੇਟ ਰੀਸੈਂਟਲੀ। ਕਿਸ ਸਟੇਟ ਵਿੱਚ ਇਹ ਫੈਸਟੀਵਲ ਮਨਾਇਆ ਗਿਆ? ਤਾਂ ਇਸ ਦਾ ਆਨਸਰ ਹੈ ਜੀ C, ਉੜੀਸਾ। ਉੜੀਸਾ ਦੇ ਵਿੱਚ ਇਹ ਜੋ ਫੈਸਟੀਵਲ ਹੈ ਇਹ ਮਨਾਇਆ ਗਿਆ ਹੈ। ਸੈਕਿੰਡ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੈਜ਼ ਵਰਚੁਅਲੀ ਫਲੈਗਡ ਆਫ ਬੰਦੇ ਭਾਰਤ। ਬੰਦੇ ਭਾਰਤ ਐਕਸਪ੍ਰੈਸ ਦਾ ਨਿਊ ਵਰਜਨ ਚਲਾਇਆ ਗਿਆ ਹੈ ਹਾਵੜਾ ਰੇਲਵੇ ਸਟੇਸ਼ਨ ਤੋਂ ਲੈ ਕੇ ਕਿਸ ਰੇਲਵੇ ਸਟੇਸ਼ਨ ਤੱਕ? ਇਹੀ ਕੁਐਸਚਨ ਪੁੱਛਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਵੜਾ ਰੇਲਵੇ ਸਟੇਸ਼ਨ ਤੋਂ ਬੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਹਾਵੜਾ ਤੋਂ ਕਿਸ ਸਟੇਸ਼ਨ ਨਾਲ ਜੋੜਿਆ ਗਿਆ ਹੈ? ਤਾਂ ਆਨਸਰ ਹੈ ਜੀ ਆਪਸ਼ਨ E, ਨਿਊ ਜਲਪੈਗੁਰੀ। ਨਿਊ ਜਲਪੈਗੁਰੀ ਨਾਲ ਇਸ ਨੂੰ ਜੋੜਿਆ ਗਿਆ ਹੈ। ਥਰਡ, ਅਕੋਰਡਿੰਗ ਟੂ ਕਲਕੱਤਾ ਮੈਟਰੋ ਰੇਲ ਕਾਰਪੋਰੇਸ਼ਨ ਇੰਡੀਆਜ਼ ਫਸਟ ਅੰਡਰ ਵਾਟਰ ਮੈਟਰੋ ਸਰਵਿਸ। ਭਾਰਤ ਵਿੱਚ ਸਭ ਤੋਂ ਪਹਿਲੀ ਜੋ ਅੰਡਰ ਵਾਟਰ ਪਾਣੀ ਦੇ ਨੀਚੇ ਚੱਲਣ ਵਾਲੀ ਮੈਟਰੋ ਸਰਵਿਸ ਸ਼ੁਰੂ ਕੀਤੀ ਜਾ ਰਹੀ ਹੈ ਕਲਕੱਤਾ ਦੇ ਵਿੱਚ। ਕੁਐਸਚਨ ਕੀ ਹੈ ਕਿ ਕਲਕੱਤਾ ਮੈਟਰੋ ਰੇਲਵੇ ਕਾਰਪੋਰੇਸ਼ਨ ਦੇ ਅਨੁਸਾਰ ਭਾਰਤ ਦੀ ਪਹਿਲੀ ਅੰਡਰ ਵਾਟਰ ਮੈਟਰੋ ਸੇਵਾ ਪੂਰਬ ਪੱਛਮੀ ਮੈਟਰੋ ਕੋਰੀਡੋਰ ਪ੍ਰੋਜੈਕਟ ਕਿਸ ਮਿਤੀ ਤੱਕ ਪੂਰੇ ਹੋਣ ਦੀ ਉਮੀਦ ਹੈ? ਕਦੋਂ ਤੱਕ ਇਹ ਕੰਪਲੀਟ ਹੋ ਜਾਏਗਾ?
एक्सपैक्टेड टू बी कंप्लीटेड बाय विच डेट? दैन आंसर इज ऑप्शन बी दिसंबर 2023 तक। 2023 ਦੇ एंड तक ਤੁਹਾਨੂੰ कलकत्ता ਵਿੱਚ इंडिया ਦੀ फस्ट अंडर वाटर मैट्रो देखने ਨੂੰ मिलेगी। फोर्थ जी, हु हैज़ इनैगोरेटेड द 300 करोड़ अनगुल बलराम रेल लाइन कनैक्टिंग उड़ीसाज तालचर कोल्डफील्ड रिसेंटली? हाल ही ਵਿੱਚ उड़ीसा ਦੇ ਤਾਲਚਰ ਕੋਲਫੀਲਡ ਨੂੰ ਜੋੜਨ ਵਾਲੀ 300 ਕਰੋੜ ਰੁਪਏ ਦੀ ਅੰਗੂਲ ਬਲਰਾਮ ਰੇਲ ਲਾਈਨ ਦਾ ਉਦਘਾਟਨ ਕਿਸ ਦੁਆਰਾ ਕੀਤਾ ਗਿਆ ਹੈ? ਤਾਂ ਕੌਣ ਕਰੇਗਾ ਜੀ? ਸਾਡੇ ਰੇਲਵੇ ਮਿਨਿਸਟਰ ਕੌਣ ਨੇ? ਪ੍ਰਹਲਾਦ ਜੋਸ਼ੀ। ਪ੍ਰਹਲਾਦ ਜੋਸ਼ੀ ਦੁਆਰਾ ਇਸ ਦੀ ਇਨੈਗੋਰੇਸ਼ਨ ਕੀਤੀ ਗਈ ਹੈ। ਨੈਕਸਟ ਜੀ, ਥੋੜ੍ਹੀ ਜਿਹੀ ਮੇਰੀ ਆਵਾਜ਼ ਖਰਾਬ ਹੈ ਤਾਂ ਥੋੜ੍ਹਾ ਜਿਹਾ ਸਹਿਣ ਕਰ ਲਿਓ, ਠੀਕ ਹੈ ਜੀ, ਖਰਾਬ ਆਵਾਜ਼ ਨੂੰ। ਵਿਚ ਮਿਨਿਸਟਰੀ ਹੈਜ਼ ਲਾਂਚਡ ਪ੍ਰਜਵਾਲਾ ਚੈਲੰਜ ਟੂ ਟਰਾਂਸਫਾਰਮ ਦਾ ਰੂਰਲ ਇਕੋਨਮੀ? ਕਿਸ ਮੰਤਰਾਲਿਆ ਨੇ ਪੇਂਡੂ ਅਰਥ ਵਿਵਸਥਾ ਨੂੰ ਬਦਲਣ ਲਈ ਪ੍ਰਜਵਲਾ ਚੈਲੰਜ ਦੀ ਸ਼ੁਰੂਆਤ ਕੀਤੀ ਹੈ? ਤਾਂ ਪ੍ਰਜਵਲਾ ਚੈਲੰਜ ਕਿਸ ਮਿਨਿਸਟਰੀ ਦੁਆਰਾ ਚਲਾਇਆ ਗਿਆ ਹੈ? ਤਾਂ ਇਹ ਹੈ ਜੀ ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ, ਆਪਸ਼ਨ ਈ, ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ ਵੱਲੋਂ ਇਸ ਨੂੰ ਸ਼ੁਰੂ ਕੀਤਾ ਗਿਆ ਹੈ। ਨੈਕਸਟ ਜੀ, ਹੂ ਅਮੰਗ ਦਾ ਫੋਲੋਇੰਗ ਹੈਜ਼ ਇਨੈਗੋਰੇਟਡ ਮੇਗਾ ਡੈਰੀ ਐਟ ਮਾਂਡਿਆ ਇਨ ਕਰਨਾਟਕਾ ਰੀਸੈਂਟਲੀ? ਕਹਿੰਦਾ ਜੀ ਹੇਠ ਲਿਖਿਆਂ ਵਿੱਚੋਂ ਕਿਸ ਨੇ ਹਾਲ ਹੀ ਵਿੱਚ ਕਰਨਾਟਕ ਵਿੱਚ ਮੰਡਿਆ ਵਿਖੇ ਮੇਗਾ ਡੈਰੀ ਦਾ ਉਦਘਾਟਨ ਕੀਤਾ ਹੈ? ਕਿਸ ਦੁਆਰਾ ਕੀਤਾ ਗਿਆ ਹੈ ਜੀ? ਤਾਂ ਇਹ ਕੀਤਾ ਗਿਆ ਜੀ ਅਮਿਤ ਸ਼ਾਹ ਦੁਆਰਾ ਮੈਗਾ ਡੈਰੀ ਦਾ ਇਨੈਗੋਰੇਸ਼ਨ ਉਦਘਾਟਨ ਕੀਤਾ ਗਿਆ ਜੀ ਕਰਨਾਟਕਾ ਦੇ ਵਿੱਚ। ਨੈਕਸਟ 7th ਕੁਐਸਚਨ ਹੈ ਜੀ, ਵਿਚ ਸਟੇਟ ਗਵਰਨਮੈਂਟ ਹੈਜ਼ ਲਾਂਚਡ ਐਨ ਇਨੀਸ਼ੀਏਟਿਵ ਫੋਰ ਦਾ ਕੰਜ਼ਰਵੇਸ਼ਨ ਆਫ ਦਾ ਨੀਲਗਿਰੀ ਤਾਹੜ ਐਟ ਕੋਸਟ ਆਫ ਰੁਪੀਜ਼ 25.14 ਕਰੋੜ? 25.14 ਕਰੋੜ ਰੁਪਏ ਦੀ ਲਾਗਤ ਨਾਲ ਨੀਲਗਿਰੀ ਤਾਹਰ ਦੀ ਸੰਭਾਲ ਲਈ ਜਿਹੜੀ ਪਹਿਲ ਕਦਮੀ ਸ਼ੁਰੂ ਕੀਤੀ ਗਈ ਹੈ ਉਹ ਕਿਸ ਰਾਜ ਸਰਕਾਰ ਦੁਆਰਾ ਕੀਤੀ ਗਈ ਹੈ? ਤਾਂ ਇਹ ਹੈ ਜੀ ਤਮਿਲਨਾਡੂ ਦੁਆਰਾ ਇਸ ਨੂੰ ਸ਼ੁਰੂ ਕੀਤਾ ਗਿਆ ਹੈ। ਤਮਿਲਨਾਡੂ ਗਵਰਨਮੈਂਟ ਦੁਆਰਾ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਜੀ। ਨੈਕਸਟ, ਵਿਚ ਸਟੇਟ ਗਵਰਨਮੈਂਟ ਹੈਜ਼ ਲਾਂਚਡ ਦਾ 10th ਫੇਸ ਆਫ ਰਿਤੂ ਬੰਧੂ ਦਾ ਇਨਵੈਸਟਮੈਂਟ ਸਪੋਰਟ ਸਕੀਮ ਫॉर ਫਾਰਮਰਸ? ਕਿਸੇ ਰਾਜ ਸਰਕਾਰ ਨੇ ਕਿਸਾਨਾਂ ਲਈ ਨਿਵੇਸ਼ ਸਹਾਇਤਾ ਯੋਜਨਾ ਰਾਇਥੂ ਬੰਧੂ ਦੇ 10ਵੇਂ ਪੜਾਅ ਦੀ ਸ਼ੁਰੂਆਤ ਕੀਤੀ ਹੈ? ਤਾਂ ਕਿਸ ਸਟੇਟ ਨੇ ਕੀਤੀ ਹੈ ਜੀ? ਤੇਲੰਗਾਨਾ ਦੇ ਵਿੱਚ ਰਾਇਥੂ ਬੰਧੂ ਦੇ 10th ਫੇਸ ਦੀ ਸ਼ੁਰੂਆਤ ਕੀਤੀ ਗਈ ਹੈ ਤੇਲੰਗਾਨਾ ਗਵਰਨਮੈਂਟ ਦੁਆਰਾ। ਨੈਕਸਟ, ਵਿਚ ਸਟੇਟ ਪੁਲਿਸ ਹੈਜ਼ ਰਿਸੀਵਡ ਦਾ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਚੀਫਸ ਆਫ ਪੁਲਿਸ 2022 ਅਵਾਰਡ ਫॉर ਦਾ ਨਿਜਾਤ ਕੰਪੈਨੀਅਨ? ਨਿਜਾਤ ਮੁਹਿੰਮ ਲਈ ਕਿਸ ਰਾਜ ਦੀ ਪੁਲਿਸ ਨੇ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਚੀਫ ਆਫ ਪੁਲਿਸ 2022 ਅਵਾਰਡ ਪ੍ਰਾਪਤ ਕੀਤਾ ਹੈ? ਛੱਤੀਸਗੜ੍ਹ ਪੁਲਿਸ ਨੇ ਇਸ ਅਵਾਰਡ ਨੂੰ ਪ੍ਰਾਪਤ ਕੀਤਾ ਹੈ ਜੀ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਚੀਫਸ ਆਫ ਪੁਲਿਸ 22 ਅਵਾਰਡ। The year 2023 is being observed all over the world as International Year of the? ਸਾਲ 2023 ਨੂੰ ਪੂਰੀ ਦੁਨੀਆ ਵਿੱਚ ਅੰਤਰਰਾਸ਼ਟਰੀ ਸਾਲ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਕਿਹੜਾ ਅੰਤਰਰਾਸ਼ਟਰੀ ਸਾਲ? ਇੰਟਰਨੈਸ਼ਨਲ ਈਅਰ ਆਫ ਦਾ ਮਿਲਟਸ, ਅੰਤਰਰਾਸ਼ਟਰੀ ਈਅਰ ਆਫ ਦਾ ਮਿਲਟਸ ਦੇ ਨਾਮ ਨਾਲ 2023 ਨੂੰ ਮਨਾਇਆ ਜਾ ਰਿਹਾ ਹੈ। ਇਸ ਨੂੰ ਰਾਈਟ ਡਾਊਨ ਕਰੋ, ਮੋਸਟ ਇੰਪੋਰਟੈਂਟ ਹੈ। ਨੈਕਸਟ, यूनियन होम एंड कॉरपोरेशन मिनिस्टर अमित शाह हैज़ laid the foundation stone of the Central Detective Training Institute at which state recently? ਕੇਂਦਰੀ ਗ੍ਰਹਿ ਅਤੇ ਸਹਿਤਕਾਰਤਾ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਕਿਸ ਰਾਜ ਵਿੱਚ ਕੇਂਦਰੀ ਜਾਸੂਸ ਸਿਖਲਾਈ ਸੰਸਥਾ ਦਾ ਨੀਂਹ ਪੱਥਰ ਰੱਖਿਆ ਹੈ? ਤਾਂ ਕਰਨਾਟਕਾ ਵਿੱਚ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਤਾਂ ਰਾਈਟ ਡਾਊਨ ਕਰੋ ਜੀ ਇਸ ਨੂੰ। 11 ਕਰੰਟ ਅਫੇਅਰ ਹੋ ਗਈ ਆਪਣੇ। ਇਹ 1 ਵੀਕ ਦੇ ਕਰੰਟ ਅਫੇਅਰ ਨੇਗੇ। ਇਹਦੇ ਵਿੱਚ ਆਪਾਂ 100 ਕਰੰਟ ਅਫੇਅਰ ਕੰਪਲੀਟ ਕਰਾਂਗੇ 1 ਵੀਕ ਦੇ। ਇਸ ਤੋਂ ਬਾਅਦ ਤੁਹਾਡੇ 8th ਜਨਵਰੀ to 14 ਜਨਵਰੀ ਆਏਗਾ। ਵਿਚ ਆਰਮਡ ਫੋਰਸ ਹੈਜ਼ ਸੈਲੀਬ੍ਰੇਟਡ ਜਸ਼ਨ ਏ ਚਿਲਈ ਕਲਾਂ ਵਿਦ ਸਟੂਡੈਂਟਸ ਇਨ ਸ਼੍ਰੀਨਗਰ? ਕਿਸ ਹਥਿਆਰਬੰਦ ਬਲ ਨੇ ਸ਼੍ਰੀਨਗਰ ਵਿੱਚ ਵਿਦਿਆਰਥੀਆਂ ਦੇ ਨਾਲ ਜਸ਼ਨ ਏ ਚਿਲੀ ਕਲਾਂ ਮਨਾਇਆ? ਤਾਂ ਆਨਸਰ ਹੈ ਜੀ CRPF ਨੇ ਇਸ ਨੂੰ ਮਨਾਇਆ ਹੈ। ਨੈਕਸਟ,
Union Minister of Road Transport and Highways Nitin Gadkari has inaugurated the first phase of the new Zuri Bridge in which state? ਨਿਤਿਨ ਗਡਕਰੀ ਜੋ ਕਿ ਸਾਡੇ ਕੇਂਦਰੀ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰੀ ਹਨ, ਉਹਨੇ ਨਿਊ ਜ਼ੁਆਰੀ ਬ੍ਰਿਜ ਦਾ ਉਦਘਾਟਨ ਕੀਤਾ ਹੈ ਕਿਸ ਰਾਜ ਦੇ ਵਿੱਚ, ਕਿਸ ਸਟੇਟ ਦੇ ਵਿੱਚ? ਗੋਆ। ਇਹ ਆਪਸ਼ਨ ਗੋਆ ਦੇ ਵਿੱਚ ਇਸ ਦੀ ਇਨੈਗੋਰੇਸ਼ਨ ਕੀਤੀ ਗਈ ਹੈ। ਨੈਕਸਟ ਜੀ, India has assumed the presidency of the plenary of the Wassenaar arrangement for how many years from 1 January 2023? ਭਾਰਤ ਨੇ 1 ਜਨਵਰੀ 2023 ਤੋਂ ਕਿੰਨੇ ਸਾਲਾਂ ਲਈ ਵਾਸੇਨਾਰ ਵਿਵਸਥਾ ਦੀ ਪਲੈਨਰੀ ਦੀ ਪ੍ਰਧਾਨਗੀ ਸੰਭਾਲੀ ਹੈ? ਆਨਸਰ ਹੈ ਏ ਆਪਸ਼ਨ 1 ਸਾਲ ਦੇ ਲਈ। ਅੱਗੇ ਜੀ, ਵਿਚ ਆਫ ਦਾ ਫੋਲੋਇੰਗ ਸਟੇਟ ਚੀਫ ਮਿਨਿਸਟਰ ਹੈਜ਼ ਇਨੈਗੋਰੇਟਡ ਇੰਡੀਅਨ ਲਾਇਬ੍ਰੇਰੀ ਕਾਂਗਰਸ ਰੀਸੈਂਟਲੀ? ਹੇਠ ਲਿਖੇ ਵਿੱਚੋਂ ਕਿਸ ਰਾਜ ਦੇ ਮੁੱਖ ਮੰਤਰੀ ਨੇ ਹਾਲ ਹੀ ਵਿੱਚ ਇੰਡੀਅਨ ਲਾਇਬ੍ਰੇਰੀ ਕਾਂਗਰਸ ਦਾ ਉਦਘਾਟਨ ਕੀਤਾ ਹੈ? ਤਾਂ ਆਪਸ਼ਨ ਹੈ ਜੀ ਈ ਕੇਰਲਾ। ਕੇਰਲਾ ਦੇ ਮੁੱਖ ਮੰਤਰੀ ਦੁਆਰਾ ਇੰਡੀਅਨ ਲਾਇਬ੍ਰੇਰੀ ਕਾਂਗਰਸ ਦੀ ਇਨੈਗੋਰੇਸ਼ਨ ਕੀਤੀ ਗਈ, ਉਦਘਾਟਨ ਕੀਤਾ ਗਿਆ। ਨੈਕਸਟ, ਗਵਰਨਮੈਂਟ ਆਫ ਇੰਡੀਆ ਹੈਜ਼ ਲਾਂਚ ਦਾ ਸਮਾਰਟ ਪ੍ਰੋਗਰਾਮ ਟੂ ਬੂਸਟ R&D ਇਨ ਆਯੁਰਵੇਦਾ। ਵਾਟ ਡਜ਼ ਦਾ ਐਸ ਸਟੈਂਡ ਫੋਰ ਇਨ ਸਮਾਰਟ? ਭਾਰਤ ਸਰਕਾਰ ਨੇ ਆਯੁਰਵੇਦ ਵਿੱਚ ਖੋਜ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ, ਰਿਸਰਚ ਐਂਡ ਡਿਵੈਲਪਮੈਂਟ ਨੂੰ ਹੁਲਾਰਾ ਦੇਣ ਲਈ ਸਮਾਰਟ ਪ੍ਰੋਗਰਾਮ ਸ਼ੁਰੂ ਕੀਤਾ ਹੈ। ਸਮਾਰਟ ਵਿੱਚ ਐਸ ਦਾ ਕੀ ਮਤਲਬ ਹੈ, ਇਹ ਪੁੱਛਿਆ ਗਿਆ। ਤਾਂ ਸਮਾਰਟ ਵਿੱਚ ਐਸ ਦਾ ਮਤਲਬ ਹੈ ਸਕੂਪ, ਸੀ ਆਪਸ਼ਨ। ਦਾ 17th ਕੁਐਸਚਨ ਜੀ, ਦ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈਜ਼ ਲਾਂਚਡ ਮਿਸ਼ਨ 929 ਇਨ ਵਿਚ ਆਫ ਦਾ ਫੋਲੋਇੰਗ ਸਟੇਟ? ਭਾਰਤ ਨੇ ਚੋਣ ਕਮਿਸ਼ਨ ਨੇ ਮਿਸ਼ਨ 1929 ਨੂੰ ਹੇਠ ਲਿਖੇ ਵਿੱਚੋਂ ਕਿਸ ਰਾਜ ਵਿੱਚ ਸ਼ੁਰੂ ਕੀਤਾ ਹੈ? ਤਾਂ ਆਪਸ਼ਨ ਹੈ ਜੀ ਏ ਤ੍ਰਿਪੁਰਾ। ਤ੍ਰਿਪੁਰਾ ਦੇ ਵਿੱਚ ਮਿਸ਼ਨ 929 ਨੂੰ ਸ਼ੁਰੂ ਕੀਤਾ ਗਿਆ ਹੈ। ਨੈਕਸਟ ਜੀ, ਹੂ ਹੈਜ਼ ਇਨੈਗੋਰੇਟਡ ਦਾ 108th ਇੰਡੀਅਨ ਸਾਇੰਸ ਕਾਂਗਰਸ ਥਰੂ ਵੀਡੀਓ ਕਾਨਫਰੰਸਿੰਗ? ਵੀਡੀਓ ਕਾਨਫਰੰਸਿੰਗ ਰਾਹੀਂ 108ਵੀਂ ਭਾਰਤੀ ਵਿਗਿਆਨ ਕਾਂਗਰਸ ਦਾ ਉਦਘਾਟਨ ਕਿਸ ਨੇ ਕੀਤਾ? ਨਰਿੰਦਰ ਮੋਦੀ। ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਇਸ ਦਾ ਉਦਘਾਟਨ ਕੀਤਾ ਸੀ ਵੀਡੀਓ ਕਾਨਫਰੰਸਿੰਗ ਰਾਹੀਂ। 19ਵਾਂ ਕੁਐਸਚਨ ਜੀ, ਹੂ ਹੈਜ਼ ਇਨੈਗੋਰੇਟਡ ਦਾ ਇਨਕੂਬੇਸ਼ਨ ਸੈਂਟਰ ਐਟ ਦਾ ਨੈਸ਼ਨਲ ਰਿਸਰਚ ਡਿਵੈਲਪਮੈਂਟ ਕਾਰਪੋਰੇਸ਼ਨ ਇਨ ਨਿਊ ਦਿੱਲੀ? ਨਵੀਂ ਦਿੱਲੀ ਵਿੱਚ ਨੈਸ਼ਨਲ ਰਿਸਰਚ ਡਿਵੈਲਪਮੈਂਟ ਕਾਰਪੋਰੇਸ਼ਨ ਵਿੱਚ ਇਨਕੂਬੇਸ਼ਨ ਸੈਂਟਰ ਦਾ ਉਦਘਾਟਨ ਕਿਸ ਨੇ ਕੀਤਾ ਹੈ? ਤਾਂ ਸੀ ਆਨਸਰ ਹੀ ਜਤਿੰਦਰ ਸਿੰਘ ਦੁਆਰਾ ਇਸ ਦੀ ਇਨੈਗੋਰੇਸ਼ਨ ਕੀਤੀ ਗਈ ਹੈ। ਨੈਕਸਟ, ਵਿਚ ਆਫ ਦਾ ਫੋਲੋਇੰਗ ਸਟੇਟ ਗਵਰਨਮੈਂਟ ਹੈਜ਼ ਸਾਈਨਡ ਐਨ ਐਗਰੀਮੈਂਟ ਵਿਦ ਏਸ਼ੀਅਨ ਡਿਵੈਲਪਮੈਂਟ ਬੈਂਕ ਅਮਾਊਂਟਿੰਗ ਟੂ ਰੁਪੀਜ਼ 2,275 crore to strengthen and improve power distribution efficiency in the north eastern state? ਉੱਤਰ ਪੂਰਬੀ ਰਾਜ ਵਿੱਚ ਬਿਜਲੀ ਵੰਡ ਕੁਸ਼ਲਤਾ ਨੂੰ ਮਜ਼ਬੂਤ ਕਰਨ ਅਤੇ ਸੁਧਾਰ ਕਰਨ ਲਈ ਹੇਠ ਦਿੱਤੇ ਰਾਜ ਸਰਕਾਰਾਂ ਵਿੱਚੋਂ ਕਿਸ ਨੇ ਏਸ਼ੀਅਨ ਵਿਕਾਸ ਬੈਂਕ ਦੇ ਨਾਲ 2,275 ਕਰੋੜ ਰੁਪਏ ਦੇ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ? ਤਾਂ ਕਿਸ ਸਟੇਟ ਗਵਰਨਮੈਂਟ ਨੇ? ਤ੍ਰਿਪੁਰਾ ਸਟੇਟ ਗਵਰਨਮੈਂਟ ਨੇ ਇਹ ਜੋ ਕੋਲੈਬੋਰੇਸ਼ਨ ਹੈ, ਜੋ ਐਗਰੀਮੈਂਟ ਹੈ, ਇਹ ਸਾਈਨ ਕੀਤਾ ਹੈ ਵਿਦ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਨਾਲ। 21ਵਾਂ ਜੀ, ਹੂ ਮੰਗ ਦਾ ਫੋਲੋਇੰਗ ਹੈਜ਼ ਇਨੈਗੋਰੇਟਡ ਸੰਵਿਧਾਨ ਉਦਿਆਨ ਐਟ ਰਾਜ ਭਵਨ ਇਨ ਜੈਪੁਰ ਰਾਜਸਥਾਨ? ਹੇਠ ਲਿਖੇ ਵਿੱਚੋਂ ਕਿਸ ਨੇ ਜੈਪੁਰ ਰਾਜਸਥਾਨ ਵਿੱਚ ਰਾਜ ਭਵਨ ਵਿੱਚ ਸੰਵਿਧਾਨ ਉਦਿਆਨ ਦਾ ਉਦਘਾਟਨ ਕੀਤਾ ਹੈ? ਤਾਂ ਜੀ ਇਹ ਕੀਤਾ ਹੈ ਦ੍ਰੋਪਦੀ ਮੁਰਮੂ। ਸਾਡੇ 15th ਪ੍ਰੈਜ਼ੀਡੈਂਟ ਨੇਗੇ ਐਂਡ ਫਸਟ ST ਪ੍ਰੈਜ਼ੀਡੈਂਟ ਆਫ ਅਵਰ ਇੰਡੀਆ ਦ੍ਰੋਪਦੀ ਮੁਰਮੂ। 22ਵਾਂ ਜੀ, ਹੂ ਵਿਲ ਫਲੈਗ ਆਫ ਦਾ ਵਰਲਡਜ਼ ਲੌਂਗੈਸਟ ਲਗਜ਼ਰੀ ਲੀਵਰ ਕਰੂਜ਼ ਗੰਗਾ ਵਿਲਾਸ ਫਰੋਮ ਉੱਤਰ ਪ੍ਰਦੇਸ਼ ਵਾਰਾਣਸੀ ਟੂ ਦਿਬਰੂਗੜ੍ਹ ਇਨ ਅਸਾਮ ਔਨ January 13? 13 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਅਸਾਮ ਦੇ ਦਿਬਰੂਗੜ੍ਹ ਤੱਕ ਦੁਨੀਆ ਦੇ ਸਭ ਤੋਂ ਲੰਬੇ ਲਗਜ਼ਰੀ ਰੀਵਰ ਕਰੂਜ਼ ਗੰਗਾ ਵਿਲਾਸ ਨੂੰ ਕੌਣ ਹਰੀ ਝੰਡੀ ਦਿਖਾਏਗਾ? ਕਿਹਨਾਂ ਨੇ ਦਿਖਾਈ ਹੈ? ਨਰਿੰਦਰ ਮੋਦੀ ਨੇ ਦਿਖਾਈ ਸੀ ਜੀ। ਵਿਚ ਆਫ ਦਾ ਫੋਲੋਇੰਗ ਸਟੇਟ ਹੈਜ਼ ਲਾਂਚਡ 2 ਪ੍ਰੋਗਰਾਮ ਨੇਮਡ ਦਿਦਿਰ ਸੁਰੱਖਿਆ ਕਵਚ ਐਂਡ ਦਿਦਿਰ ਦੂਤ ਅਹੈਡ ਆਫ ਦਾ 2023 ਪੰਚਾਇਤ ਪੋਲਸ? ਹੇਠ ਲਿਖੇ ਵਿੱਚੋਂ ਕਿਸ ਰਾਜ ਨੇ 2023 ਦੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਦਿਰ ਸੁਰੱਖਿਆ ਕਵਚ ਅਤੇ ਦਿਰ ਦੂਤ ਨਾਮ ਦੇ 2 ਪ੍ਰੋਗਰਾਮ ਸ਼ੁਰੂ ਕੀਤੇ ਹਨ? ਆਨਸਰ ਹੈ ਜੀ ਵੈਸਟ ਬੰਗਾਲ। ਪੱਛਮੀ ਬੰਗਾਲ ਨੇ ਇਹ ਪ੍ਰੋਗਰਾਮ ਸ਼ੁਰੂ ਕੀਤੇ ਹਨ। ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਹੈਜ਼ ਇਨੈਗੋਰੇਟਡ ਦਾ 100 ਮੀਟਰ
सियोम ब्रिज इन विच ऑफ द फॉलोइंग स्टेट रिसेंटली। रखिया मंत्री राजनाथ सिंह ने हाल ही विच हेठले विचों किस राज विच 100 मीटर सियोम पुल का उद्घाटन किया है? तो आंसर है जी अरुणाचल प्रदेश, डी ऑप्शन। विच ऑफ द फॉलोइंग स्टेट हैज़ सैलीब्रेटेड द इम्यूनो इरातपा त्यौहार? हेठ लिखे विचों किस राज ने इम्यूनो इरातपा त्यौहार मनाया है? यह है जी मणिपुर। मणिपुर ने इम्यूनो इरातपा फैसटिवल नूं सैलीब्रेट किया है जी जनवरी दे विच। 26वां क्वेश्चन जी, प्रेजिडेंट द्रौपदी मुर्मू हैज़ इनैगोरेटेड द 18th नैशनल स्काउट एंड गाइड जंबूर एट रोहत इन द पाली डिस्ट्रिक्ट ऑफ राजस्थान। वट इज़ द थीम ऑफ द 18th नैशनल स्काउट एंड गाइड जंबूर? राष्ट्रपति द्रौपदी मुर्मू ने राजस्थान के पाली जिले के रोहत विखे 18वें राष्ट्रीय स्काउट एंड गाइड जंबूरी का उद्घाटन किया। 18वें नैशनल स्काउट एंड जंबूरी की थीम की है? तो थीम है जी प्रोग्रेस विद पीस। प्रोग्रेस विद पीस इज दी थीम है। नेक्स्ट, द सेकेंड फेज ऑफ द साड़ी फेस्टिवल विरासत सेलिब्रेटिंग 75 हैंड वूवन सरसी ऑफ द इंडियन बिगन एट हैंडलूम हाथ जनपथ न्यू दिल्ली। दिस फेज इज बीइंग ऑर्गेनाइज्ड बाय विच मिनिस्ट्री? साड़ी त्यौहार विरासत का दूजा पड़ाव भारत की 75वीं हथ नाल बुनाई साड़ी का जशन हैंडलूम हॉट जनपथ नवी दिल्ली विखे शुरू होया। यह पड़ाव किस मंत्रालय द्वारा आयोजित किया जा रहा है? तो यह है जी मिनिस्ट्री ऑफ टैक्सटाइल। मिनिस्ट्री ऑफ टैक्सटाइल द्वारा इसनूं ऑर्गेनाइज किया जा रहा है। दी गण नगाई फैसटिवल ऑफ द ज़ैलिनग्रोंग कम्यूनिटी हैज़ बीन सैलीब्रेटेड इन विच स्टेट? ज़ैलिनग्रोंग भाईचारे का गान नगई त्यौहार किस राज्य में मनाया जाता है? तो डी ऑप्शन है जी मणिपुर। मणिपुर विच यह मनाया जाता है। अगे देखो, विच स्टेट गवर्नमेंट हैज़ लॉन्च्ड द चीफ मिनिस्टर्स रेजिडेंशियल लैंड राइट स्कीम? मुख्यमंत्री आवासीय बहु अधिकार योजना। किस राज्य सरकार ने मुख्यमंत्री रिहायशी भूमि अधिकार योजना, मुख्यमंत्री आवास भू अधिकार योजना शुरू की है? किस स्टेट ने ये शुरू की गई है? मध्य प्रदेश द्वारा। 13th क्वेश्चन, हु हैज़ चेयर्ड द एनुअल जनरल मीटिंग ऑफ द नेहरू मैमोरियल म्यूजियम एंड लाइब्रेरी सोसाइटी इन न्यू दिल्ली? नवी दिल्ली विच नेहरू मैमोरियल म्यूजियम और लाइब्रेरी सोसाइटी की सालाना आम मीटिंग की प्रधानगी किसने की? तो किसने की? नरेंद्र मोदी ने। 31वां, विच ऑफ द फॉलोइंग यूनियन टैरेटरीज विल होस्ट द फर्स्ट G20 मीटिंग ऑन जनवरी 31? हेठ लिखिया विचों किहड़ा केंद्र शासित प्रदेश 31 जनवरी को पहली G20 मीटिंग की मेजबानी करेगा? तो आंसर है जी पुडुचेरी। पुडुचेरी इसकी मेजबानी करेगा। विच रेलवे स्टेशन हैज़ बीन अवॉर्डेड ए 5-star ईट राइट स्टेशन सर्टिफिकेशन बाय द फूड सेफ्टी एंड स्टैंडर्ड अथॉरिटी ऑफ इंडिया फसाई फॉर प्रोवाइडिंग क्वालिटी एंड न्यूट्रीशियस फूड टू पैसेंजर्स रिसेंटली? किस रेलवे स्टेशन ਨੂੰ ਹਾਲ ਹੀ ਵਿੱਚ ਯਾਤਰੀਆਂ ਨੂੰ ਗੁਣਵੱਤਾ ਅਤੇ ਪੌਸ਼ਟਿਕ ਭੋਜਨ ਪ੍ਰਦਾਨ ਕਰਨ ਲਈ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੁਆਰਾ 5 ਸਿਤਾਰਾ ਈਟ ਰਾਈਟ ਸਟੇਸ਼ਨ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ ਹੈ? ਤਾਂ ਆਨਸਰ ਕੀ ਹੈ ਜੀ ਇਸ ਦਾ? ਆਪਸ਼ਨ ਡੀ ਵਾਰਾਣਸੀ ਕਾਂਟ। ਵਾਰਾਣਸੀ ਕੈਂਟ ਨੂੰ ਇਹ 5 ਸਟਾਰ ਜੋ ਅਵਾਰਡ ਦਿੱਤਾ ਗਿਆ ਹੈ। 33 ਦੇਖੋ, who has chaired the third meeting of the steering committee of the national skill development mission in new delhi? ਨਵੀਂ ਦਿੱਲੀ ਵਿੱਚ ਰਾਸ਼ਟਰੀ ਹੁਨਰ ਵਿਕਾਸ ਮਿਸ਼ਨ ਦੀ ਸਟੀਅਰਿੰਗ ਕਮੇਟੀ ਦੀ ਤੀਜੀ ਮੀਟਿੰਗ ਦੀ ਪ੍ਰਧਾਨਗੀ ਕਿਸਨੇ ਕੀਤੀ? ਤੇ ਪ੍ਰਧਾਨਗੀ ਕਿਸ ਦੁਆਰਾ ਕੀਤੀ ਗਈ? ਧਰਮੇਂਦਰ ਪ੍ਰਧਾਨ ਦੁਆਰਾ ਇਸ ਪ੍ਰਧਾਨਗੀ ਕੀਤੀ ਗਈ। 34 यूनियन हेल्थ मिनिस्टर डॉक्टर मनसुख मांडविया हैज़ चेयर्ड ए हाई लैवल मीटिंग टू एलिमिनेट काला अजर फ्रॉम द कंट्री बाय विच ईयर? केंद्रीय सेहत मंत्री डॉक्टर मनसुख मांडविया ने किस साल तक देश विचों काला अजर नूं खत्म करने लई एक उच्च पद्धरी मीटिंग की प्रधानगी की? तो ऑप्शन है जी ए 2023 तक देश विचों काला अजर बिल्कुल खत्म कर दिता जाएगा। तुसीं मैनूं कमेंट विच आंसर करो जी, काला अजर किस दे द्वारा फैलता है? 35
यूनियन मिनिस्टर ऑफ एग्रीकल्चर एंड फार्मर्स वेलफेयर नरेंद्र सिंह तोमर हैज़ इनैगोरेटेड द 3-day नॉर्थ ईस्ट कृषि कुंभ 2023 इन विच स्टेट। केंद्रीय खेतीबाड़ी ਅਤੇ किसान भलाई मंत्री नरेंद्र सिंह तोमर ने किस राज्य विच 3 दिना उत्तर पूर्वी कृषि कुंभ 2023 का उद्घाटन किया है? तो किस स्टेट विच कीता जी? मेघालय। ई ऑप्शन मेघालय दे विच यह उद्घाटन किया गया है नॉर्थ ईस्ट कृषि कुंभ का। अगे जी, द फॉरेन मिनिस्टर्स ऑफ द ग्रुप ऑफ 20 कंट्रीज आर सैट टू मीट इन विच ऑफ द फॉलोइंग सिटी इन मार्च 2023। मार्च 2023 विच 20 देशों के समूह के विदेश मंत्रियों की मीटिंग हेठ लिखे विचों किस शहर विच होने वाली है? तो ऑप्शन है जी बी, न्यू दिल्ली दे विच यह मीटिंग होने वाली है। 37वां जी, हाउ मैनी मोनूमेंट्स आउट ऑफ 3693 सेंट्रली प्रोटेक्टेड मोनूमेंट्स ऑफ इंडिया हैज़ गॉन मिसिंग एज पर द रिपोर्ट ऑफ द मिनिस्ट्री ऑफ कल्चर। सभ्याचार मंत्रालय की रिपोर्ट अनुसार भारत के 3693 केंद्री तौर पर सुरक्षित स्मारकों विचों किन्ने स्मारक गायब हो गए हैं? तो ऑप्शन है जी बी, 50 स्मारक गायब हो गए हैं। 38वां, इन विच ऑफ द फॉलोइंग सिटी द 36th स्ट्रैटेजिक डायलॉग बिटवीन इंडिया एंड फ्रांस हैज़ बीन हैल्ड। भारत ਅਤੇ फ्रांस विचकार 36ਵੀਂ रणनीतिक वार्ता हेठ लिखे शहरों विचों किस विच हुई है? तो ऑप्शन है जी न्यू दिल्ली। बी ऑप्शन है न्यू दिल्ली दे विच। 39वीं, इंडिया हैज़ साइंड वेरीअस लोन एग्रीमेंट्स विद विच ऑफ द फॉलोइंग ऑर्गेनाइजेशन टू बूस्ट द इंफ्रास्ट्रक्चर सैक्टर इन द कंट्री रिसेंटली। ਭਾਰਤ ਨੇ ਹਾਲ ਹੀ ਵਿੱਚ ਦੇਸ਼ ਵਿੱਚ ਬੁਨਿਆਦੀ ਢਾਂਚਾ ਖੇਤਰ ਨੂੰ ਹੁਲਾਰਾ ਦੇਣ ਲਈ ਹੇਠ ਲਿਖਿਆਂ ਵਿੱਚੋਂ ਕਿਸ ਸੰਸਥਾ ਨਾਲ ਵੱਖ-ਵੱਖ ਕਰਜ਼ ਸਮਝੌਤੇ ਕੀਤੇ ਹਨ? ਤਾਂ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਨਾਲ ਇਹ ਸਮਝੌਤੇ ਕੀਤੇ ਗਏ ਹਨ। Which state government has signed an MOU with 6 UAE based companies worth rupees 18,590 crore ahead of the Global Investors Summit? किस राज सरकार ने ग्लोबल निवेशक सम्मेलन तो पहला 18,590 करोड़ रुपए दे 6 UAE आधारित कंपनियों नाल एक MOU ते हस्ताक्षर किए हैं? ऑप्शन ए उत्तर प्रदेश। 41वां, Which country has become the first country in Asia and second in the world to launch hydrogen powered urban trains? ਕਿਹੜਾ ਦੇਸ਼ ਹਾਈਡਰੋਜਨ ਸੰਚਾਲਿਤ ਸ਼ਹਿਰੀ ਰੇਲ ਗੱਡੀਆਂ ਸ਼ੁਰੂ ਕਰਨ ਵਾਲਾ ਏਸ਼ੀਆ ਦਾ ਪਹਿਲਾ ਤੇ ਵਿਸ਼ਵ ਦਾ ਦੂਜਾ ਦੇਸ਼ ਬਣ ਗਿਆ ਹੈ? ਆਪਸ਼ਨ ਹੈ ਜੀ ਬੀ, ਚਾਈਨਾ। ਵਰਲਡ ਦਾ ਫਸਟ ਕਿਹੜਾ ਹੈ? ਇਹ ਤੁਸੀਂ ਮੈਨੂੰ ਆਪਸ਼ਨ ਦੇ ਵਿੱਚ ਕਮੈਂਟਾਂ ਦੇ ਵਿੱਚ ਆਨਸਰ ਕਰੋਗੇ। 42ਵਾਂ ਜੀ, Recently, India signed an agreement with which of the following countries for migration and mobility? ਹਾਲ ਹੀ ਵਿੱਚ ਭਾਰਤ ਨੇ ਪ੍ਰਵਾਸ ਅਤੇ ਗਤੀਸ਼ੀਲਤਾ ਲਈ ਹੇਠਲੇ ਵਿੱਚੋਂ ਕਿਸ ਦੇਸ਼ ਨਾਲ ਇੱਕ ਸਮਝੌਤਾ ਕੀਤਾ ਹੈ? ਤਾਂ ਆਪਸ਼ਨ ਹੈ ਜੀ ਈ, ਆਸਟਰੀਆ ਨਾਲ। ਆਸਟਰੀਆ ਨਾਲ ਇਹ ਸਮਝੌਤਾ ਕੀਤਾ ਗਿਆ ਹੈ। 43ਵਾਂ ਜੀ, ਅਕੋਰਡਿੰਗ ਟੂ ਦ ਰਿਪੋਰਟਰਸ ਵਿਦਾਊਟ ਬਾਰਡਰਸ a total of 1,668 journalists have been killed worldwide in connection with their work of journalism over the past 2 decades, 2003 to 2022. Which of the following countries has the highest death tolls? ਰਿਪੋਰਟਰਸ ਵਿਦਾਊਟ ਬਾਰਡਰਸ ਦੇ ਅਨੁਸਾਰ ਪਿਛਲੇ 2 ਦਹਾਕਿਆਂ 2003 ਤੋਂ ਲੈ ਕੇ 2022 ਵਿੱਚ ਪੱਤਰਕਾਰੀ ਦੇ ਆਪਣੇ ਕੰਮ ਦੇ ਸੰਬੰਧ ਵਿੱਚ ਦੁਨੀਆ ਭਰ ਵਿੱਚ ਕੁੱਲ 1,668 ਪੱਤਰਕਾਰ ਮਾਰੇ ਗਏ ਹਨ। ਹੇਠਾਂ ਦਿੱਤੇ ਦੇਸ਼ਾਂ ਵਿੱਚੋਂ ਕਿਸ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ? ਸਭ ਤੋਂ ਵੱਧ ਪੱਤਰਕਾਰ ਕਿਹੜੇ ਦੇਸ਼ ਵਿੱਚ ਮਾਰੇ ਗਏ ਹਨ? ਤਾਂ ਆਨਸਰ ਹੈ ਜੀ ਆਪਸ਼ਨ ਡੀ, ਸੀਰੀਆ। ਸੀਰੀਆ ਦੇ ਵਿੱਚ ਸਭ ਤੋਂ ਵੱਧ ਪੱਤਰਕਾਰ ਮਾਰੇ ਗਏ ਹਨ। ਅੱਗੇ ਜੀ, ਨੌਨ ਬੈਂਕਿੰਗ ਫਾਈਨੈਂਸ਼ੀਅਲ ਕੰਪਨੀ ਸ਼੍ਰੀ ਰਾਮ ਫਾਈਨਾਂਸ ਲਿਮਟਿਡ ਹੈਜ਼ secured $100 million loan from which of the following organizations? ਗੈਰ ਬੈਂਕਿੰਗ ਵਿੱਤੀ ਕੰਪਨੀ ਸ਼੍ਰੀ ਰਾਮ ਫਾਈਨਾਂਸ ਲਿਮਟਿਡ ਨੇ ਹੇਠ ਲਿਖੀਆਂ ਸੰਸਥਾਵਾਂ ਵਿੱਚੋਂ ਕਿਸ ਤੋਂ $100 ਮਿਲੀਅਨ ਦਾ ਕਰਜ਼ਾ ਪ੍ਰਾਪਤ ਕੀਤਾ ਹੈ? ਤਾਂ ਆਪਸ਼ਨ ਹੈ ਜੀ ਸੀ, ADB, ਏਸ਼ੀਅਨ ਡਿਵੈਲਪਮੈਂਟ ਬੈਂਕ ਤੋਂ। 45ਵਾਂ, ਬੰਗਲਾਦੇਸ਼ ਪ੍ਰਾਈਮ ਮਿਨਿਸਟਰ
Sheikh Hasina has flagged off the first metro rail in Dhaka for its first journey, Dyabri and Agargaon station. This metro rail is built with the financial and technical assistance of which of the following country? ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਢਾਕਾ ਵਿੱਚ ਆਪਣੀ ਪਹਿਲੀ ਯਾਤਰਾ ਦਿਬਾੜੀ ਅਤੇ ਅਗਰਗਾਓਂ ਸਟੇਸ਼ਨ ਲਈ ਪਹਿਲੀ ਮੈਟਰੋ ਰੇਲ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਮੈਟਰੋ ਰੇਲ ਹੇਠ ਲਿਖੇ ਵਿੱਚੋਂ ਕਿਸ ਦੇਸ਼ ਦੀ ਵਿੱਤੀ ਅਤੇ ਤਕਨੀਕੀ ਸਹਾਇਤਾ ਨਾਲ ਬਣਾਈ ਗਈ ਹੈ? ਯਾਨੀ ਕਿ ਬੰਗਲਾਦੇਸ਼ ਵਿੱਚ ਪਹਿਲੀ ਮੈਟਰੋ ਚੱਲੀ ਹੈ ਉਹ ਕਿਸ ਕੰਟਰੀ ਦੀ ਹੈਲਪ ਨਾਲ ਚਲਾਈ ਗਈ ਹੈ, ਇਹ ਦੱਸਣਾ ਹੈ। ਤਾਂ ਆਨਸਰ ਹੈ ਜੀ ਸੀ, ਜਾਪਾਨ ਦੀ ਹੈਲਪ ਨਾਲ ਇਹ ਮੈਟਰੋ ਚਲਾਈ ਗਈ ਹੈ। ਇਹ ਆਪਸ਼ਨ ਪੇਪਰ 'ਚ ਕੁਐਸਚਨ ਬਹੁਤ ਆ ਸਕਦਾ, ਬੱਚੇ ਮੇਨਲੀ ਇੰਡੀਆ ਆਨਸਰ ਲਾ ਕੇ ਆਉਣਗੇ, ਪਰ ਇੰਡੀਆ ਨਹੀਂ ਆਨਸਰ ਹੈਗਾ, ਆਨਸਰ ਹੈ ਜਾਪਾਨ। ਜਾਪਾਨ ਦੀ ਹੈਲਪ ਦੇ ਨਾਲ ਬੰਗਲਾਦੇਸ਼ ਵਿੱਚ ਮੈਟਰੋ ਚਲਾਈ ਗਈ ਹੈ। 46ਵਾਂ ਜੀ, who has assumed the charge as the Secretary General of the Asian Pacific Postal Union? ਕਿਸ ਨੇ ਏਸ਼ੀਅਨ ਪੈਸੀਫਿਕ ਪੋਸਟਲ ਯੂਨੀਅਨ ਦੇ ਸਕੱਤਰ ਜਨਰਲ ਵਜੋਂ ਅਹੁਦਾ ਸੰਭਾਲਿਆ ਹੈ? ਤਾਂ ਕਿਸ ਨੇ ਸੰਭਾਲਿਆ ਹੈ ਜੀ? ਆਪਸ਼ਨ ਡੀ ਡਾਕਟਰ ਵਿਨੇ ਪ੍ਰਕਾਸ਼ ਸਿੰਘ, ਇਹਨਾਂ ਨੇ ਸੈਕਟਰੀ ਜਨਰਲ ਦੇ ਤੌਰ 'ਤੇ ਅਹੁਦਾ ਸੰਭਾਲਿਆ ਹੈ ਏਸ਼ੀਅਨ ਪੈਸੀਫਿਕ ਪੋਸਟਲ ਯੂਨੀਅਨ ਦੇ ਵਿੱਚ। ਨੈਕਸਟ, folk singer Mithali Thakur has been appointed as the state icon for which of the following state by the election commission? ਲੋਕ ਗਾਇਕਾ ਮੈਥਿਲੀ ਠਾਕੁਰ ਨੂੰ ਚੋਣ ਕਮਿਸ਼ਨ ਨੇ ਹੇਠਲੇ ਵਿੱਚੋਂ ਕਿਸ ਰਾਜ ਲਈ ਸਟੇਟ ਆਈਕਨ ਵਜੋਂ ਨਿਯੁਕਤ ਕੀਤਾ ਹੈ? ਤਾਂ ਆਨਸਰ ਹੈ ਜੀ ਡੀ, ਬਿਹਾਰ ਲਈ। Who has been appointed as the new chief executive officer of Bank of Singapore? ਬੈਂਕ ਆਫ ਸਿੰਗਾਪੁਰ ਦੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਤਾਂ ਆਪਸ਼ਨ ਸੀ ਜੈਸੂਨ ਮੂ ਨੂੰ ਅਪੋਇੰਟ ਕੀਤਾ ਗਿਆ ਹੈ। 49 who has been appointed as the chairman of the Atomic Energy Regulatory Board? ਪਰਮਾਣੂ ਊਰਜਾ ਰੈਗੂਲੇਟਰੀ ਬੋਰਡ ਦੇ ਚੇਅਰਮੈਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਤਾਂ ਆਪਸ਼ਨ ਹੈ ਜੀ ਆਪਸ਼ਨ ਈ ਦਿਨੇਸ਼ ਕੁਮਾਰ ਸ਼ੁਕਲਾ। 50 who has been appointed as the chairman cum managing director of the public sector enterprise Moil Limited? ਪਬਲਿਕ ਸੈਕਟਰ ਇੰਟਰਪ੍ਰਾਈਜ਼ ਮੋਇਲ ਲਿਮਟਿਡ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਆਪਸ਼ਨ ਹੈ ਜੀ ਬੀ ਅਜੀਤ ਕੁਮਾਰ ਸਕਸੈਨਾ। 51ਵਾਂ ਕੁਐਸਚਨ ਜੀ, who has been appointed as the head of the new economic advisory council of Maharashtra? ਮਹਾਰਾਸ਼ਟਰ ਦੀ ਨਵੀਂ ਆਰਥਿਕ ਸਲਾਹਕਾਰ ਕੌਂਸਲ ਦਾ ਮੁਖੀ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਆਪਸ਼ਨ ਹੈ ਜੀ ਸੀ ਐਨ ਚੰਦਰ ਸ਼ੇਖਰਨ। 52ਵਾਂ ਜੀ, who has been appointed as the managing director and chief executive officer of Bombay Stock Exchange Limited? ਬੰਬੇ ਸਟਾਕ ਐਕਸਚੇਂਜ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਤਾਂ ਆਪਸ਼ਨ ਹੈ ਜੀ ਏ ਸੁੰਦਰ ਰਮਨ ਰਾਮਾ ਮੂਰਥੀ ਨੂੰ ਨਿਯੁਕਤ ਕੀਤਾ ਗਿਆ ਹੈ। 53ਵਾਂ ਕੁਐਸਚਨ ਜੀ, who has been appointed as the director general of the border security force? ਕਿਸ ਨੂੰ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਹੈ? ਤਾਂ ਆਪਸ਼ਨ ਹੈ ਜੀ ਬੀ ਸੁਜੋਏ ਲਾਲ ਥਾਊਸੇਨ। 54ਵਾਂ ਜੀ, ਅਜੇ ਕੁਮਾਰ ਸ਼੍ਰੀਵਾਸਤਵ ਹੈਜ਼ ਬੀਨ ਅਪੋਇੰਟਡ ਐਜ਼ ਮੈਨੇਜਿੰਗ ਡਾਇਰੈਕਟਰ ਐਂਡ CEO ਆਫ ਵਿਚ ਆਫ ਦਾ ਫੋਲੋਇੰਗ ਬੈਂਕ? ਅਜੇ ਕੁਮਾਰ ਸ਼੍ਰੀਵਾਸਤਵ ਨੂੰ ਹੇਠ ਲਿਖੇ ਵਿੱਚੋਂ ਕਿਸ ਬੈਂਕ ਦਾ ਮੈਨੇਜਿੰਗ ਡਾਇਰੈਕਟਰ ਅਤੇ CEO ਨਿਯੁਕਤ ਕੀਤਾ ਗਿਆ ਹੈ? ਆਪਸ਼ਨ ਹੈ ਜੀ ਆਪਸ਼ਨ ਬੀ ਇੰਡੀਅਨ ਓਵਰਸੀਜ਼ ਬੈਂਕ। 55ਵਾਂ, who has been appointed as interim chief executive officer of ਭਾਰਤਪੇ? ਭਾਰਤਪੇ ਦੇ ਅੰਤਰਿਮ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਆਪਸ਼ਨ ਹੈ ਜੀ ਸੀ ਨਾਲਿਨ ਨੇਗੀ। Which of the following bank has partnered with Microsoft in the next phase of its digital transformation recently? ਹੇਠਾਂ ਦਿੱਤੇ ਬੈਂਕਾਂ ਵਿੱਚੋਂ ਕਿਸ ਨੇ ਹਾਲ ਹੀ ਵਿੱਚ ਆਪਣੇ ਡਿਜੀਟਲ ਪਰਿਵਰਤਨ ਦੇ ਅਗਲੇ ਪੜਾਅ ਵਿੱਚ ਮਾਈਕਰੋਸਾਫਟ ਦੇ ਨਾਲ ਭਾਈਵਾਲੀ ਕੀਤੀ ਹੈ? ਆਪਸ਼ਨ ਹੈ ਜੀ ਡੀ HDFC ਬੈਂਕ। ਨੀਵਾ ਬੂਪਾ ਹੈਲਥ ਇੰਸ਼ੋਰੈਂਸ ਕੰਪਨੀ ਲਿਮਟਿਡ ਹੈਜ਼ ਸਾਈਨਡ ਏ ਕੋਆਪਰੇਟ ਏਜੰਸੀ ਐਗਰੀਮੈਂਟ with which company to offer Niva Bupa's select range of indemnity plans to its growing range of existing and past customers. ਨੀਵਾ ਬੂਪਾ ਹੈਲਥ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ ਕਿਸ ਕੰਪਨੀ ਨਾਲ
ਕਾਰਪੋਰੇਟ ਏਜੰਸੀ ਸਮਝੌਤੇ ਤੇ ਹਸਤਾਖਰ ਕੀਤੇ ਹਨ ਜੋ ਕਿ ਨੀਵਾ ਬੂਪਾ ਦੇ ਮੌਜੂਦਾ ਅਤੇ ਪੁਰਾਣੇ ਗਾਹਕਾਂ ਦੀ ਵੱਧ ਰਹੀ ਸੀਮਾ ਨੂੰ ਮੁਆਵਜ਼ਾ ਯੋਜਨਾਵਾਂ ਦੀ 94ਵੀਂ ਸ਼੍ਰੇਣੀ ਦੀ ਪੇਸ਼ਕਸ਼ ਕਰਨ ਲਈ ਹੈ। ਆਪਸ਼ਨ ਹੈ ਜੀ ਆਪਸ਼ਨ ਈ ਸੁੰਦਰਮ ਫਾਈਨਾਂਸ ਲਿਮਿਟਡ। ਸੁੰਦਰਮ ਫਾਈਨਾਂਸ ਲਿਮਿਟਡ। ਬੰਧਨ ਬੈਂਕ हैज़ लॉन्च्ड इट्स जहाँ बंधन वहाँ ट्रस्ट कंपेनियन। हु इज़ द ब्रांड एम्बेसडर ऑफ दिस कंपेनियन। ਬੰਧਨ ਬੈਂਕ ਨੇ ਆਪਣੀ ਜਹਾਂ ਬੰਧਨ ਵਹਾਂ ਟਰਸਟ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦਾ ਬ੍ਰਾਂਡ ਐਂਬੈਸਡਰ ਕੌਣ ਹੈ। ਇਸ ਮੁਹਿੰਮ ਦਾ ਬ੍ਰਾਂਡ ਐਂਬੈਸਡਰ ਬਣਾਇਆ ਗਿਆ ਹੈ ਜੀ ਸੌਰਵ ਗਾਂਗੁਲੀ ਨੂੰ। 59th The government of India has constituted 17 member high powered committee to protect Ladakh culture, language and employment under the chairmanship of। ਭਾਰਤ ਸਰਕਾਰ ਨੇ ਲਦਾਖ ਦੇ ਸੱਭਿਆਚਾਰ, ਭਾਸ਼ਾ ਤੇ ਰੋਜ਼ਗਾਰ ਦੀ ਰੱਖਿਆ ਲਈ ਕਿਸ ਦੀ ਪ੍ਰਧਾਨਗੀ ਹੇਠ 17 ਮੈਂਬਰੀ ਉੱਚ ਸ਼ਕਤੀ ਵਾਲੀ ਕਮੇਟੀ ਦਾ ਗਠਨ ਕੀਤਾ ਹੈ। ਆਪਸ਼ਨ ਹੈ ਜੀ ਏ ਨਿਤਿਆਨੰਦ ਰਾਏ। ਨਿਤਿਆਨੰਦ ਰਾਏ ਦੀ ਚੇਅਰਮੈਨਸ਼ਿਪ ਦੇ ਅੰਡਰ ਇਹ ਕਮੇਟੀ ਬਣਾਈ ਗਈ ਹੈ। 60ਵਾਂ ਕੁਐਸਚਨ ਹੈ ਜੀ ਦ ਯੂਨੀਅਨ ਗਵਰਨਮੈਂਟ ਹੈਜ਼ ਅਪਰੂਵਡ ਦ ਨੈਸ਼ਨਲ ਗ੍ਰੀਨ ਹਾਈਡਰੋਜਨ ਮਿਸ਼ਨ ਵਿਦ ਐਨ ਇਨੀਸ਼ੀਅਲ ਆਊਟਲੇ ਆਫ ਹਾਊ ਮੈਨੀ ਰੁਪੀਜ਼। ਕੇਂਦਰ ਸਰਕਾਰ ਨੇ ਰਾਸ਼ਟਰੀ ਗ੍ਰੀਨ ਹਾਈਡਰੋਜਨ ਮਿਸ਼ਨ ਨੂੰ ਕਿੰਨੇ ਰੁਪਏ ਦੇ ਸ਼ੁਰੂਆਤੀ ਖਰਚੇ ਨਾਲ ਮਨਜ਼ੂਰੀ ਦਿੱਤੀ ਹੈ। ਆਪਸ਼ਨ ਹੈ ਜੀ ਡੀ 19,744 ਕਰੋੜ ਇੰਨੇ ਰੁਪਏ ਦੀ ਮਨਜ਼ੂਰੀ ਦਿੱਤੀ ਹੈ। 61ਵਾਂ SBI ਕਾਰਡ ਹੈਜ਼ ਪਾਰਟਨਰਡ ਵਿਦ ਵਿਚ ਆਫ ਦਾ ਫੋਲੋਇੰਗ ਬੈਂਕ ਟੂ ਲਾਂਚ ਕੋ ਬ੍ਰਾਂਡ ਕ੍ਰੈਡਿਟ ਕਾਰਡਸ ਫॉर द ਬੈਂਕਸ ਕਸਟਮਰ। ਬੈਂਕ ਦੇ ਗਾਹਕਾਂ ਲਈ ਕੋ ਬ੍ਰਾਂਡ ਕ੍ਰੈਡਿਟ ਕਾਰਡ ਲਾਂਚ ਕਰਨ ਲਈ SBI ਕਾਰਡਸ ਨੇ ਹੇਠਾਂ ਦਿੱਤੇ ਬੈਂਕ ਵਿੱਚੋਂ ਕਿਸ ਨਾਲ ਸਾਂਝੇਦਾਰੀ ਕੀਤੀ ਹੈ। ਤਾਂ ਆਪਸ਼ਨ ਹੈ ਜੀ ਏ ਪੰਜਾਬ ਐਂਡ ਸਿੰਧ ਬੈਂਕ। Which of the following has launched Utkarsh 2.0, the second phase of the central bank's medium-term strategy for strengthening regulatory and supervisory mechanism? ਨਿਮਨਲਿਖਤ ਵਿੱਚੋਂ ਕਿਸ ਨੇ ਉਤਕਰਸ਼ 2.0 ਦੀ ਸ਼ੁਰੂਆਤ ਕੀਤੀ ਹੈ ਜੋ ਕਿ ਰੈਗੂਲੇਟਰੀ ਅਤੇ ਸੁਪਰਵਾਈਜ਼ਰੀ ਵਿਧੀਆਂ ਨੂੰ ਮਜ਼ਬੂਤ ਕਰਨ ਲਈ ਕੇਂਦਰੀ ਬੈਂਕ ਦੀ ਮੱਧ ਮਿਆਦ ਦੀ ਰਣਨੀਤੀ ਦਾ ਦੂਜਾ ਪੜਾਅ ਹੈ। ਆਪਸ਼ਨ ਹੈ ਜੀ ਆਪਸ਼ਨ ਬੀ RBI ਦੇ ਨਾਲ। The government has increased interest rates on various small saving schemes for the fourth quarter of the current financial year starting from 1st January 2023. The interest rate on Kisan Vikas Patra has increased to how much percent from 7%? ਸਰਕਾਰ ਨੇ 1 ਜਨਵਰੀ 2023 ਤੋਂ ਚਾਲੂ ਵਿੱਤੀ ਸਾਲ ਦੀ ਚੌਥੀ ਤਿਮਾਹੀ ਲਈ ਵੱਖ-ਵੱਖ ਛੋਟੀਆਂ ਬਚਤ ਸਕੀਮਾਂ ਦੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਹੁਣ ਕਿਸਾਨ ਵਿਕਾਸ ਪੱਤਰ ਦੇ ਤੇ ਵਿਆਜ ਦਰ 7% ਤੋਂ ਵੱਧ ਕੇ ਕਿੰਨੇ ਪ੍ਰਤੀਸ਼ਤ ਹੋ ਗਈ ਹੈ। ਤਾਂ ਆਪਸ਼ਨ ਹੈ ਜੀ ਬੀ 7.2%। 64ਵਾਂ ਕੁਐਸਚਨ ਜੀ ਵਿਚ ਆਫ ਦਾ ਫੋਲੋਇੰਗ ਕੰਪਨੀ ਥਰੂ ਇਟਸ ਸਬਸਿਡਾਇਰੀ ਵਿਲ ਕੰਪਲੀਟ ਦਾ ਐਕੁਏਸ਼ਨ ਆਫ ਫੋਰਡ ਇੰਡੀਆਜ਼ ਮੈਨੂਫੈਕਚਰਿੰਗ ਪਲਾਂਟ ਇਨ ਸਨਾਨੰਦ। ਹੇਠ ਲਿਖਿਆਂ ਵਿੱਚੋਂ ਕਿਹੜੀ ਕੰਪਨੀ ਆਪਣੀ ਸਹਾਇਕ ਕੰਪਨੀ ਦੁਆਰਾ ਸਨੰਦ ਵਿੱਚ ਫੋਰਡ ਇੰਡੀਆ ਦੇ ਨਿਰਮਾਣ ਪਲਾਂਟ ਦੀ ਪ੍ਰਾਪਤੀ ਨੂੰ ਪੂਰਾ ਕਰੇਗੀ। ਆਪਸ਼ਨ ਹੈ ਜੀ ਆਪਸ਼ਨ ਈ ਟਾਟਾ ਮੋਟਰਜ਼ ਲਿਮਿਟਡ। 65th ਕੁਐਸਚਨ ਅਕੋਰਡਿੰਗ ਟੂ ਦਾ ਕਾਫੀ ਬੋਰਡ ਆਫ ਇੰਡੀਆ ਦਾ ਟੋਟਲ ਐਕਸਪੋਰਟ ਆਫ ਕਾਫੀ ਫਰੋਮ ਇੰਡੀਆ ਰੋਜ਼ ਬਾਈ ਹਾਊ ਮਚ % ਟੂ 4 ਲੱਖ ਟਨਸ ਇਨ 2023। ਕਾਫੀ ਬੋਰਡ ਆਫ ਇੰਡੀਆ ਦੇ ਅਨੁਸਾਰ 2022 ਵਿੱਚ ਭਾਰਤ ਤੋਂ ਕਾਫੀ ਦਾ ਕੁੱਲ ਨਿਰਯਾਤ ਕਿੰਨੇ ਪ੍ਰਤੀਸ਼ਤ ਵੱਧ ਕੇ 4 ਲੱਖ ਟਨ ਹੋ ਗਿਆ ਹੈ। ਆਪਸ਼ਨ ਹੈ ਜੀ ਆਪਸ਼ਨ ਬੀ 1.66%। According to the Center of Monitoring Indian Economy, India's unemployment rate in December 2022 has been increased to a 16th month high at how much % from 8% in November 2022। ਦਸੰਬਰ 2022 ਵਿੱਚ ਜੋ ਭਾਰਤ ਦੀ ਬੇਰੁਜ਼ਗਾਰੀ ਦਰ ਹੈ ਉਹ ਨਵੰਬਰ ਦੇ ਵਿੱਚ 8% ਸੀ। ਉਸ ਤੋਂ ਵੱਧ ਕੇ ਕਿੰਨੇ % ਹੋ ਗਈ। ਹੁਣ ਇਹ ਵੱਧ ਕੇ 8.30% ਹੋ ਗਈ ਜੀ। 8.30% ਇਹ ਵੱਧ ਕੇ ਹੋ। ਨੈਕਸਟ ਦੇਖੋ ਜੀ ਵਿਚ ਇੰਸ਼ੋਰੈਂਸ ਕੰਪਨੀ ਹੈਜ਼ ਲਾਂਚਡ ਆਈ ਟਰਮ ਪ੍ਰਾਈਮ ਇੰਸ਼ੋਰੈਂਸ ਪਲਾਨ catering to the need of self-employed individuals with a special 10% discount on the first year premium।
किस बीमा कंपनी ने पहले साल के प्रीमियम ते विशेष 10% छूट के नाल स्वै रोजगार वाले व्यक्तियों की जरूरत को पूरा करने लई आई टर्म प्राइम बीमा योजना शुरू की है? ऑप्शन है जी ऑप्शन ई एगोन लाइफ इंश्योरेंस। 68th द रिजर्व बैंक ऑफ इंडिया हैज़ लिफ्टेड द restriction on which of the following non-banking financial companies on loan recovery through third party services recently? ਭਾਰਤੀ ਰਿਜ਼ਰਵ ਬੈਂਕ ਨੇ ਹਾਲ ਹੀ ਵਿੱਚ ਥਰਡ ਪਾਰਟੀ ਸੇਵਾਵਾਂ ਰਾਹੀਂ ਲੋਨ ਦੀ ਵਸੂਲੀ ਤੇ ਹੇਠ ਲਿਖੀਆਂ ਗੈਰ ਬੈਂਕਿੰਗ ਵਿੱਤੀ ਕੰਪਨੀਆਂ ਵਿੱਚੋਂ ਕਿਸ ਤੇ ਪਾਬੰਦੀ ਹਟਾ ਦਿੱਤੀ ਹੈ? ਤਾਂ ਆਪਸ਼ਨ ਹੈ ਜੀ ਆਪਸ਼ਨ ਬੀ ਮਹਿੰਦਰਾ ਐਂਡ ਮਹਿੰਦਰਾ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ। 69th which company has launched a range of digital solutions to streamline the life cycle of exports? ਕਿਸ ਬੈਂਕ ਨੇ ਨਿਰਯਾਤ ਦੇ ਜੀਵਨ ਚੱਕਰ ਨੂੰ ਸੁਚਾਰੂ ਬਣਾਉਣ ਲਈ ਡਿਜੀਟਲ ਹਲਾਂ ਦੀ ਇੱਕ ਰੇਂਜ ਲਾਂਚ ਕੀਤੀ ਹੈ? ਤਾਂ ਆਪਸ਼ਨ ਹੈ ਜੀ ਆਪਸ਼ਨ ਏ ICICI ਬੈਂਕ। Next, which state has won the UN Habitat's World Habitat Awards 2023 for Yagga Mission, a 5T initiative of the state? किस राज ने राज की 5T पहलकदमी जग्गा मिशन ਲਈ UN Habitat's World Habitat Award 2023 ਜਿੱਤਿਆ ਹੈ? ਤਾਂ ਕਿਹੜੀ ਸਟੇਟ ਨੇ ਜਿੱਤਿਆ ਹੈ ਜੀ? ਉੜੀਸਾ। ਆਪਸ਼ਨ ਸੀ ਉੜੀਸਾ ਨੇ ਇਸ ਨੂੰ ਜਿੱਤਿਆ ਹੈ। Who has won India's first ever silver medal in the FIDE World Blitz Chess Championships in Almaty, Kazakhstan? ਕਜ਼ਾਕਿਸਤਾਨ ਦੇ ਅਲਮਾਟੀ ਵਿੱਚ ਫਾਈਡ ਵਿਸ਼ਵ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਪਹਿਲਾ ਚਾਂਦੀ ਦਾ ਤਗਮਾ ਕਿਸ ਨੇ ਜਿੱਤਿਆ ਹੈ? ਤਾਂ ਆਨਸਰ ਹੈ ਜੀ ਆਪਸ਼ਨ ਬੀ ਕੁਨੇਰੂ ਹੰਪੀ। ਕੁਨੇਰੂ ਹੰਪੀ ਨੇ ਫਸਟ ਸਿਲਵਰ ਮੈਡਲ ਜਿੱਤਿਆ ਹੈ ਜੀ, ਜੋ ਕਜ਼ਾਕਿਸਤਾਨ ਦੇ ਵਿੱਚ ਵਰਲਡ ਬਲਿਟਜ਼ ਚੈਸ ਚੈਂਪੀਅਨਸ਼ਿਪ ਹੋ ਰਹੀ ਹੈ ਉਸ ਦੇ ਵਿੱਚ। 72ਵਾਂ ਹੂ ਹੈਜ਼ ਬੀਨ ਕਨਫਰਮਡ ਵਿਦ ਅਸਾਮ ਸਟੇਟਸ ਹਾਈਐਸਟ ਸਿਵਿਲੀਅਨ ਅਵਾਰਡ ਅਸਾਮ ਵੈਭਵ ਫੋਰ ਹਿਜ਼ ਕੰਟਰੀਬਿਊਸ਼ਨ ਇਨ ਕੈਂਸਰ ਟ੍ਰੀਟਮੈਂਟ? ਕੈਂਸਰ ਦੇ ਇਲਾਜ ਵਿੱਚ ਯੋਗਦਾਨ ਲਈ ਕਿਸ ਨੂੰ ਅਸਾਮ ਰਾਜ ਦੇ ਸਰਵਉੱਚ ਨਾਗਰਿਕ ਪੁਰਸਕਾਰ ਅਸਾਮ ਵੈਭਵ ਨਾਲ ਸਨਮਾਨਿਤ ਕੀਤਾ ਗਿਆ ਹੈ? ਤਾਂ ਆਪਸ਼ਨ ਹੈ ਜੀ ਆਪਸ਼ਨ ਡੀ ਡਾਕਟਰ ਤਪਨ ਸਾਈਕੀਆ। 73ਵਾਂ ਦ ਡਿਫੈਂਸ ਮਿਨਿਸਟਰ ਹੈਜ਼ ਇਨੀਸ਼ੀਏਟਡ ਦ ਪ੍ਰੋਸੈਸ ਟੂ ਪ੍ਰੋਕਿਓਰ 100 more KN ਵਜਰਾ ਸੈਲਫ ਪ੍ਰੋਪੈਲਡ ਹੋਵਿਟਜ਼ਰਸ which are made in India by dash using technology transferred from South Korean defense major Hanwha Defense। ਰੱਖਿਆ ਮੰਤਰਾਲਿਆ ਨੇ 100 ਹੋਰ K9 ਵਜਰ ਸਵੈਚਾਲਿਤ ਹਾਵਿਟਜ਼ਰਾਂ ਨੂੰ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ, ਜੋ ਕਿ ਡੈਸ਼ ਦੁਆਰਾ ਭਾਰਤ ਵਿੱਚ ਦੱਖਣੀ ਕੋਰੀਆ ਦੀ ਰੱਖਿਆ ਪ੍ਰਮੁੱਖ ਹਾਨਵਾ ਡਿਫੈਂਸ ਤੋਂ ਟਰਾਂਸਫਰ ਕੀਤੀ ਟੈਕਨੋਲੋਜੀ ਦੀ ਵਰਤੋਂ ਕਰਕੇ ਬਣਾਏ ਗਏ ਹਨ। ਆਪਸ਼ਨ ਹੈ ਜੀ ਆਪਸ਼ਨ ਈ ਲਾਰੈਂਸ ਐਂਡ ਟਰਬੋ। 74ਵਾਂ ਇੰਡੀਆ ਐਂਡ ਵਿਚ ਕੰਟਰੀ ਹੈਜ਼ ਸਾਈਨਡ ਏ ਨੰਬਰ ਆਫ ਐਗਰੀਮੈਂਟਸ ਇਨ ਵੇਰੀਅਸ ਏਰੀਆਜ਼ ਇਨਕਲੂਡਿੰਗ ਔਨ ਡਿਫੈਂਸ ਐਂਡ ਮਿਲਟਰੀ ਕਾਰਪੋਰੇਸ਼ਨ ਬਿਟਵੀਨ ਦ ਟੂ ਕੰਟਰੀਜ਼? ਭਾਰਤ ਅਤੇ ਕਿਸ ਦੇਸ਼ ਨੇ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਅਤੇ ਫੌਜੀ ਸਹਿਯੋਗ ਸਮੇਤ ਵੱਖ-ਵੱਖ ਖੇਤਰਾਂ ਵਿੱਚ ਕਈ ਸਮਝੌਤਿਆਂ 'ਤੇ ਹਸਤਾਖਰ ਕੀਤੇ ਹਨ? ਸਾਈਪਰਸ ਨੇ ਇਹ ਕੀਤਾ। Who has become the first woman army officer to get operationally deployed on the Siachen Glacier, the world's highest battlefield? ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ ਗਲੇਸ਼ੀਅਰ 'ਤੇ ਕਾਰਜਸ਼ੀਲ ਤੌਰ 'ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਸੈਨਾ ਅਧਿਕਾਰੀ ਕੌਣ ਬਣ ਗਈ ਹੈ? ਤਾਂ ਆਪਸ਼ਨ ਹੈ ਜੀ ਆਪਸ਼ਨ ਬੀ ਸ਼ਿਵਾ ਚੌਹਾਨ। 76th which IIT has collaborated with the Defence Research and Development Organization to develop advanced defence technologies? ਕਿਹੜੀ IIT ਨੇ ਐਡਵਾਂਸ ਡਿਫੈਂਸ ਟੈਕਨੋਲੋਜੀ ਵਿਕਸਿਤ ਕਰਨ ਲਈ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਨਾਲ ਸਹਿਯੋਗ ਕੀਤਾ ਹੈ? ਆਪਸ਼ਨ ਹੈ ਜੀ ਆਪਸ਼ਨ ਸੀ IIT ਮਦਰਾਸ। Which city police has won the best police unit award for 2021? ਕਿਸ ਸ਼ਹਿਰ ਦੀ ਪੁਲਿਸ ਨੇ 2021 ਲਈ ਸਰਵੋਤਮ ਪੁਲਿਸ ਯੂਨਿਟ ਪੁਰਸਕਾਰ ਜਿੱਤਿਆ ਹੈ? ਆਪਸ਼ਨ ਹੈ ਜੀ ਆਪਸ਼ਨ ਏ ਨਾਗਪੁਰ ਪੁਲਿਸ। Who has become India's 78th Grand Master in MPL 59th National Senior Chess Championship in New Delhi?
ਨਵੀਂ ਦਿੱਲੀ ਵਿੱਚ MPL 59 59ਵੀਂ ਰਾਸ਼ਟਰੀ ਸੀਨੀਅਰ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਭਾਰਤ ਦਾ 78ਵਾਂ ਗ੍ਰੈਂਡ ਮਾਸਟਰ ਕੌਣ ਬਣਿਆ ਹੈ? ਆਪਸ਼ਨ ਹੈ ਜੀ ਆਪਸ਼ਨ ਸੀ ਕੁਸਤਵ ਚੈਟਰਜੀ। 79th who has won India's first ever silver medal in the FIDE World Blitz Chess Championship in Almaty, Kazakhstan? ਇਹ ਦੁਬਾਰਾ ਰਿਪੀਟ ਹੋ ਗਈ ਕੁਐਸਚਨ। ਆਂਸਰ ਬੀ ਆਪਸ਼ਨ ਹੈ ਜੀ ਕੁਨੇਰੂ ਹੰਪੀ। 80 question which state has clinched the title by defeating Odisha by a 6-5 in the Khelo India Youth Games 2022 men's under 18 qualifier title in Bhubaneswar? ਭੁਵਨੇਸ਼ਵਰ ਵਿੱਚ ਖੇਲੋ ਇੰਡੀਆ ਯੂਥ ਗੇਮਜ਼ 2022 ਪੁਰਸ਼ ਅੰਡਰ 18 ਕੁਆਲੀਫਾਇਰ ਖਿਤਾਬ ਵਿੱਚ ਕਿਸ ਰਾਜ ਨੇ ਉੜੀਸਾ ਨੂੰ 6-5 ਨਾਲ ਹਰਾ ਕੇ ਖਿਤਾਬ ਜਿੱਤਿਆ? ਤਾਂ ਆਪਸ਼ਨ ਹੈ ਜੀ ਆਪਸ਼ਨ ਈ ਮੱਧ ਪ੍ਰਦੇਸ਼। ਨੈਕਸਟ ਵਿਚ ਸਟੇਟ ਹੈਜ਼ ਵੌਨ ਦਾ ਖੇਲੋ ਇੰਡੀਆ ਯੂਥ ਗੇਮਜ਼ 2022 ਵੂਮੈਨਜ਼ ਅੰਡਰ 18 ਕੁਆਲੀਫਾਇਰ? ਦੇਖੋ ਪਿੱਛੇ ਮੈਨਜ਼ ਪੜ੍ਹਿਆ ਸੀਗਾ, ਹੁਣ ਹੈ ਵੂਮੈਨ। ਮੈਨਜ਼ ਦੇ ਵਿੱਚ ਮੱਧ ਪ੍ਰਦੇਸ਼ ਜਿੱਤੀ, ਵੂਮੈਨ ਵਿੱਚ ਮੱਧ ਪ੍ਰਦੇਸ਼ ਨੂੰ 2-0 ਨਾਲ ਹਰਾ ਕੇ ਕੌਣ ਜਿੱਤਿਆ? ਹਰਿਆਣਾ। ਵੂਮੈਨ ਵਿੱਚ ਹਰਿਆਣਾ ਜਿੱਤੀ ਹੈ ਜੀ ਖੇਲੋ ਇੰਡੀਆ ਯੂਥ ਗੇਮਜ਼ ਨੂੰ, ਅਤੇ ਮੈਨ ਦੇ ਵਿੱਚ ਮੱਧ ਪ੍ਰਦੇਸ਼ ਜਿੱਤਿਆ ਹੈ। 82nd who has been nominated for the ICC men's T20 Indian cricketer of the year 2022? ਤਾਂ ਇਹਦਾ ਆਂਸਰ ਹੈ ਜੀ ਆਪਸ਼ਨ ਈ ਸੂਰਿਆ ਕੁਮਾਰ ਯਾਦਵ। ਸੂਰਿਆ ਕੁਮਾਰ ਯਾਦਵ ਨੂੰ ICC ਮੈਨ 2022 ਲਈ ਕ੍ਰਿਕਟਰ ਆਫ ਦਾ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਾਂ ਨੋਮੀਨੇਟ ਕੀਤਾ ਗਿਆ। 83rd ਦੇਖੋ ਜੀ who joined the Saudi Arabian club Al Nassr on a 2.5 year contract? ਕੌਣ 2.5 ਸਾਲ ਦੇ ਇਕਰਾਰਨਾਮੇ 'ਤੇ ਸਾਊਦੀ ਅਰਬ ਦੇ ਕਲੱਬ ਅਲ ਨਸਰ ਨਾਲ ਜੁੜਿਆ ਹੈ? ਤਾਂ ਇਹਦਾ ਵਰਲਡ ਫੇਮਸ ਨਿਊਜ਼ ਹੈ ਜੀ। ਆਂਸਰ ਕੀ ਹੋਗਾ? ਸਭ ਨੂੰ ਹੀ ਪਤਾ ਹੈ। ਆਪਸ਼ਨ ਏ ਕ੍ਰਿਸਟੀਆਨੋ ਰੋਨਾਲਡੋ। 84th which state has clinched the title by defeating Odisha 6-5 in the Khelo India Youth Games 2022 men's under 18 ਕੁਆਲੀਫਾਇਰ ਟਾਈਟਲ ਇਨ ਭੁਵਨੇਸ਼ਵਰ? ਇਹ ਵੀ ਦੁਬਾਰਾ ਕੁਐਸਚਨ ਆ ਗਿਆ ਜੀ। ਮੈਨਸ ਵਿੱਚ ਕੌਣ ਜਿੱਤਿਆ ਸੀ? ਮੱਧ ਪ੍ਰਦੇਸ਼। ਆਪਸ਼ਨ ਈ। 85 who has authored the book Fox in the Road My Days at RBI and Beyond? Fox in the Road My Days and at RBI and Beyond ਕਿਤਾਬ ਕਿਸ ਨੇ ਲਿਖੀ? ਤਾਂ ਇਹਦਾ ਆਪਸ਼ਨ ਆਂਸਰ ਹੈ ਜੀ ਆਪਸ਼ਨ ਈ ਚੱਕਰਵਰਤੀ ਰੰਗਰਾਜਨ। 86th ਆਪਸ਼ਨ ਕੁਐਸਚਨ ਜੀ who is the author of the book title ਅੰਬੇਦਕਰ ਏ ਲਾਈਫ? ਅੰਬੇਦਕਰ ਏ ਲਾਈਫ ਨਾਮੀ ਕਿਤਾਬ ਦਾ ਲੇਖਕ ਕੌਣ ਹੈ? ਤਾਂ ਆਪਸ਼ਨ ਹੈ ਜੀ ਆਪਸ਼ਨ ਸੀ ਸ਼ਸ਼ੀ ਥਰੂਰ। 87th ਜੀ ਬ੍ਰਾਜ਼ੀਲੀਅਨ ਲੈਜੈਂਡ ਪੇਲੇ ਪਾਸਡ ਅਵੇ ਰੀਸੈਂਟਲੀ ਐਟ ਦ ਏਜ ਆਫ 82 ਹੀ ਵਾਜ਼ ਐਸੋਸੀਏਟਡ ਵਿਦ ਵਿਚ ਸਪੋਰਟ? ਬ੍ਰਾਜ਼ੀਲ ਦੇ ਮਹਾਨ ਖਿਡਾਰੀ ਪਹਿਲੇ ਦਾ ਹਾਲ ਹੀ ਵਿੱਚ 82 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਪੁੱਛਿਆ ਗਿਆ ਕਿ ਉਹ ਕਿਸ ਖੇਡ ਨਾਲ ਜੁੜੇ ਹੋਏ ਸਨ? ਇਹ ਵੀ ਵਰਲਡ ਫੇਮਸ ਪਲੇਅਰ ਨੇ ਜੀ ਇਨ ਫੁੱਟਬਾਲ। ਤਾਂ ਆਪਸ਼ਨ ਹੈ ਡੀ ਫੁੱਟਬਾਲ। 88th ਆਰ ਕ੍ਰਿਸ਼ਨ ਕੁਮਾਰ ਪਾਸਡ ਅਵੇ ਰੀਸੈਂਟਲੀ ਐਟ ਦ ਏਜ ਆਫ 84 ਹੀ ਵਾਜ਼ ਦਾ ਫੋਰਮਰ ਡਾਇਰੈਕਟਰ ਆਫ ਵਿਚ ਕੰਪਨੀ? ਆਰ ਕ੍ਰਿਸ਼ਨ ਕੁਮਾਰ ਦਾ 84 ਸਾਲ ਦੀ ਉਮਰ ਵਿੱਚ ਹਾਲ ਹੀ ਵਿੱਚ ਦੇਹਾਂਤ ਹੋ ਗਿਆ। ਉਹ ਕਿਸ ਕੰਪਨੀ ਦੇ ਸਾਬਕਾ ਡਾਇਰੈਕਟਰ ਸਨ? ਤਾਂ ਆਂਸਰ ਹੈ ਜੀ ਆਪਸ਼ਨ ਬੀ ਟਾਟਾ ਸੰਜ਼। 89th ਡਾਕਟਰ ਮੰਜੂਲਾ ਸੁਬਰਮਨੀਅਮ passed away recently at the age of 74 he was the first woman chief secretary of which state? ਡਾਕਟਰ ਮੰਜੂਲਾ ਸੁਬਰਮਨੀਅਮ ਦਾ 74 ਸਾਲ ਦੀ ਉਮਰ ਵਿੱਚ ਹਾਲ ਹੀ ਵਿੱਚ ਦੇਹਾਂਤ ਹੋ ਗਿਆ। ਉਹ ਕਿਸ ਰਾਜ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਸੀ? ਉਹ ਸੀਗੀ ਗੁਜਰਾਤ ਦੇ ਪਹਿਲੇ ਚੀਫ ਸੈਕਟਰੀ। ਤਾਂ ਮੈਨੂੰ ਆਂਸਰ ਦਿਓ ਜੀ ਪੰਜਾਬ ਸਟੇਟ ਦੀ ਫਸਟ ਫੀਮੇਲ ਚੀਫ ਸੈਕਟਰੀ ਕੌਣ ਹਨ? ਆਪਸ਼ਨ ਦੇ ਵਿੱਚ ਦੱਸੋ ਜੀ। 9th ਕੁਐਸਚਨ ਸੁਮਿਤਰਾ ਸੇਨ ਪਾਸਡ ਅਵੇ ਰੀਸੈਂਟਲੀ ਐਟ ਦ ਏਜ ਆਫ 89 ਹੂ ਵਾਜ਼ ਸ਼ੀ? ਸੁਮਿਤਰਾ ਸੇਨ ਦਾ ਹਾਲ ਹੀ ਵਿੱਚ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਕੌਣ ਸੀਗੇ? ਤਾਂ ਆਂਸਰ ਹੈ ਜੀ ਆਪਸ਼ਨ ਸੀ ਉਹ ਸਿੰਗਰ ਸੀਗੇ। 91 ਫਾਰਮਰ ਪੋਪ ਬੈਨੇਡਿਕਟ ਪਾਸਡ ਅਵੇ ਰੀਸੈਂਟਲੀ ਇਨ ਦਾ ਮੈਟਰ ਐਕਲੀਸੀਆ ਮੋਨੈਸਟਰੀ ਇਨ ਦਾ ਵੈਟੀਕਨ? ਇਹ ਕਿੰਨਵੇਂ ਪੋਪ ਸਨ? ਇਹ ਕੁਐਸਚਨ ਪੁੱਛਿਆ ਗਿਆ ਜੀ। ਤਾਂ ਆਪਸ਼ਨ ਹੈ ਬੀ ਇਹ 16ਵੇਂ ਪੋਪ ਸਨ। ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਫਾਊਂਡੇਸ਼ਨ ਡੇ ਇਜ਼ ਸੈਲੀਬ੍ਰੇਟਡ ਐਵਰੀ ਈਅਰ ਔਨ ਵਿਚ ਡੇ? DRDO ਡੇ ਕਦੋਂ ਮਨਾਇਆ ਜਾਂਦਾ ਹੈ?
ਤਾਂ DRDO ਡੇ ਮਨਾਇਆ ਜਾਂਦਾ 1 ਜਨਵਰੀ ਨੂੰ, ਤਾਂ 1 ਜਨਵਰੀ ਨੂੰ DRDO ਡੇ ਮਨਾਇਆ ਗਿਆ। ਵਰਲਡ ਬਰੇਲੀ ਡੇ, ਵਰਲਡ ਬਰੇਲੀ ਡੇ ਕਿਸ ਦਿਨ ਨੂੰ ਮਨਾਇਆ ਗਿਆ? ਆਪਸ਼ਨ ਡੀ 4 ਜਨਵਰੀ ਨੂੰ। ਵਰਲਡ ਬਰੇਲੀ ਡੇ 4 ਜਨਵਰੀ ਨੂੰ ਮਨਾਇਆ ਗਿਆ। 94 ਵਿਚ ਕੰਟਰੀ ਅਡੋਪਟ ਯੂਰੋ ਐਂਡ ਐਂਟਰ ਯੂਰਪਸ ਬੋਰਡਰਲੈਸ ਜ਼ੋਨ? ਆਂਸਰ ਇਜ਼ ਕ੍ਰੋਏਸ਼ੀਆ। ਆਪਸ਼ਨ ਏ ਕ੍ਰੋਏਸ਼ੀਆ ਯੂਰੋ ਚੱਲ ਪਿਆ ਜੀ ਕ੍ਰੋਏਸ਼ੀਆ ਦੇ ਵਿੱਚ, ਅਤੇ ਇਹ ਸ਼ੈਂਗਨ ਕੰਟਰੀਆਂ ਦੇ ਵਿੱਚ ਐਂਟਰ ਕਰ ਚੁੱਕੀ ਹੈ। 95 ਵਰਲਡਜ਼ ਫਸਟ ਪਾਮ ਲੀਫ ਮੈਨੂਸਕ੍ਰਿਪਟ ਮਿਊਜ਼ੀਅਮ ਓਪਨ ਇਨ ਵਿਚ ਸਟੇਟ ਆਫ ਇੰਡੀਆ? ਪਾਮ ਲੀਫ ਮੈਨੂਸਕ੍ਰਿਪਟ ਸ਼ੁਰੂ ਹੋਇਆ ਜੀ, ਮਿਊਜ਼ੀਅਮ ਸ਼ੁਰੂ ਕੀਤਾ ਗਿਆ ਕੇਰਲਾ ਦੇ ਵਿੱਚ। ਆਪਸ਼ਨ ਸੀ। US ਅਪਰੂਵ ਵਰਲਡਜ਼ ਫਸਟ ਵੈਕਸੀਨ ਫੋਰ ਡਿਕਲਾਈਨਿੰਗ? ਅਮਰੀਕਾ ਨੇ ਦੁਨੀਆ ਦੀ ਪਹਿਲੀ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ, ਕਿਸ ਦੇ ਲਈ? ਹਨੀ ਬੀਜ਼ ਦੇ ਲਈ। ਆਪਸ਼ਨ ਏ। ਹੂ ਬਿਕਮ ਫਸਟ ਵੂਮਨ ਕ੍ਰਿਕਟਰ ਟੂ ਹੈਵ ਸਟੈਚੂ ਕਾਸਟ ਐਟ ਸਿਡਨੀਜ਼ ਕ੍ਰਿਕਟ ਗਰਾਊਂਡ? ਸਿਡਨੀ ਦੇ ਕ੍ਰਿਕਟ ਗਰਾਊਂਡ ਵਿੱਚ ਕਿਸ ਮਹਿਲਾ ਕ੍ਰਿਕਟਰ ਦਾ ਸਟੈਚੂ ਲਾਇਆ ਗਿਆ ਹੈ? ਤਾਂ ਆਂਸਰ ਹੈ ਜੀ ਆਪਸ਼ਨ ਏ ਬਲਿੰਡਾ ਕਲਾਰਕ। 98 ਦੀ ਹੂ ਹੈਜ਼ ਟੂ ਬੀ ਨੇਮਡ ਆਫਟਰ ਲੇਟ CM ਆਫ ਗੋਆ ਦੇ ਜੋ ਪਹਿਲੇ CM ਸੀਗੇ, ਜੋ ਰੀਸੈਂਟਲੀ ਪਿੱਛੇ ਜਿਹਨਾਂ ਦੀ ਡੈਥ ਹੋ ਚੁੱਕੀ ਸੀਗੀ, ਮਨੋਹਰ ਪਾਰੀਕਰ। ਪਹਿਲੇ ਨਹੀਂ, ਮਤਲਬ ਕਿ ਰੀਸੈਂਟਲੀ ਜੋ ਪਿੱਛੇ ਸੀਗੇ ਮਨੋਹਰ ਪਾਰੀਕਰ, ਉਹਨਾਂ ਦੇ ਨਾਮ 'ਤੇ ਇੱਕ ਏਅਰਪੋਰਟ ਦਾ ਨਾਮ ਰੱਖਿਆ ਜਾ ਰਿਹਾ, ਉਹ ਹੈ ਮੋਪਾ ਏਅਰਪੋਰਟ। ਆਪਸ਼ਨ ਏ ਮੋਪਾ ਏਅਰਪੋਰਟ ਦਾ ਨਾਮ ਲੇਟ ਜਾਂ ਫੋਰਮਰ CM ਆਫ ਗੋਆ ਮਨੋਹਰ ਪਾਰੀਕਰ ਦੇ ਨਾਮ 'ਤੇ ਰੱਖਿਆ ਜਾ ਰਿਹਾ। 99 ਦੀ ਕਿਸ ਸਟੇਟ ਦੀ ਗਵਰਨਮੈਂਟ ਨੇ ਚੀਫ ਮਿਨਿਸਟਰ ਸੁਰੱਖਿਆ ਸਹਾਇਤਾ ਕੋਸ਼ ਦੀ ਸ਼ੁਰੂਆਤ ਕੀਤੀ? ਮੁੱਖ ਮੰਤਰੀ ਸੁਰੱਖਿਆ ਸਹਾਇਤਾ ਕੋਸ਼ ਦੀ ਸ਼ੁਰੂਆਤ ਕਰਨ ਵਾਲੀ ਸਟੇਟ ਕਿਹੜੀ ਹੈ? ਤਾਂ ਆਪਸ਼ਨ ਏ ਜੀ ਹਿਮਾਚਲ ਪ੍ਰਦੇਸ਼। ਲਾਸਟ ਕੁਐਸਚਨ ਜੀ, ਇਸ ਦੇ ਨਾਲ ਹੀ ਆਪਣਾ 1 ਵੀਕ ਦੇ ਕਰੰਟ ਅਫੇਅਰ ਕੰਪਲੀਟ ਹੋ ਗਏ। ਮੋਸਟ ਇੰਪੋਰਟੈਂਟ ਕੁਐਸਚਨਸ ਨੇ ਤੁਹਾਡੇ ਬੈਂਕਿੰਗ ਦੇ, ਤੁਹਾਡੇ ਸਟੇਟ ਦੇ, ਤੁਹਾਡੇ ਸੈਂਟਰ ਦੇ, ਜਿੰਨੇ ਵੀ ਤੁਸੀਂ ਐਗਜ਼ਾਮ ਦੇਣਾ ਚਾਹੁੰਦੇ ਹੋ, ਹਰ ਐਗਜ਼ਾਮ ਦੇ ਲਈ ਇਹ ਐਪਲੀਕੇਬਲ ਨੇ ਅਤੇ ਮੋਸਟ ਇੰਪੋਰਟੈਂਟ ਨੇ, ਇਹਨਾਂ 'ਚੋਂ ਇੱਕ ਵੀ ਸਕਿਪ ਨਾ ਕਰਿਓ, ਸਾਰੇ ਹੀ ਲਿਖਿਓ। ਤਾਂ ਲਾਸਟ ਕੁਐਸਚਨ ਹੈ ਜੀ, ਵਿਚ ਸਟੇਟ ਗਵਰਨਮੈਂਟ ਡਿਸਾਈਡ ਟੂ ਅਬੋਲਿਸ਼ ਰੈਵਨਿਊ ਪੁਲਿਸ ਸਿਸਟਮ? ਰੈਵਨਿਊ ਪੁਲਿਸ ਨੂੰ ਖਤਮ ਕਰਨ ਜਾ ਰਹੀ ਹੈ ਸਟੇਟ, ਆਂਸਰ ਕਿਹੜਾ ਹੀ ਇਹਦਾ? ਆਪਸ਼ਨ ਏ ਉੱਤਰਾਖੰਡ। ਉੱਤਰਾਖੰਡ ਗਵਰਨਮੈਂਟ ਰੈਵਨਿਊ ਪੁਲਿਸ ਨੂੰ ਖਤਮ ਕਰਨ ਜਾ ਰਹੀ ਹੈ। ਤਾਂ ਇਸ ਦੇ ਨਾਲ ਹੀ ਆਪਣੇ ਅੱਜ ਇਹ 1 ਵੀਕ ਦੇ ਕਰੰਟ ਅਫੇਅਰਸ ਕੰਪਲੀਟ ਹੋ ਗਈ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ 8 ਜਨਵਰੀ ਤੋਂ 14 ਜਨਵਰੀ ਨੈਕਸਟ ਵੀਕ ਦੇ ਕਰੰਟ ਅਫੇਅਰ ਲੈ ਕੇ। ਉਸ ਤੋਂ ਬਾਅਦ ਜਿਵੇਂ ਹੀ ਆਪਾਂ ਡੇਜ਼ ਦੇ ਨਾਲ ਮਿਲ ਜਾਵਾਂਗੇ ਤਾਂ ਫਿਰ ਡੇਲੀ ਬੇਸਿਸ ਦੇ ਉੱਤੇ ਤੁਹਾਡੇ ਕਰੰਟ ਅਫੇਅਰ ਸ਼ੁਰੂ ਹੋ ਜਾਣਗੇ। ਅਗਰ ਇਹ ਵੀਡੀਓ ਪਸੰਦ ਆਏ ਤਾਂ ਇਸ ਨੂੰ ਲਾਈਕ ਕਰਿਓ, ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਿਓ, ਕਿਉਂਕਿ ਕਰੰਟ ਅਫੇਅਰ ਸਭ ਨੂੰ ਹੀ ਇੰਪੋਰਟੈਂਟ ਨੇ। ਅਗਰ ਤੁਸੀਂ ਪਹਿਲਾਂ ਤੋਂ ਪੜ੍ਹ ਵੀ ਰਹੇ ਹੋ ਤਾਂ ਤੁਹਾਨੂੰ ਇਹ ਕੁਇਕ ਰਿਵੀਜ਼ਨ ਦੇ ਤੌਰ 'ਤੇ ਕੰਮ ਆਏਗਾ। ਅਗਰ ਤੁਸੀਂ ਨਹੀਂ ਪੜ੍ਹ ਰਹੇ ਤਾਂ ਤੁਸੀਂ ਇਸ ਨੂੰ ਇੰਗਲਿਸ਼ ਪੰਜਾਬੀ ਜਿਸ ਵੀ ਲੈਂਗੁਏਜ ਪੜ੍ਹਨਾ ਚਾਹੁੰਦੇ ਹੋ ਉਸ 'ਚ ਪੜ੍ਹ ਸਕਦੇ ਹੋ। ਤਾਂ ਤੁਹਾਡੇ ਹਰ ਤਰੀਕੇ ਨਾਲ ਇਹ ਕੰਮ ਆਉਣ ਵਾਲੀ ਹੀ ਚੀਜ਼ ਹੈ। ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਤਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ, ਤਦ ਤੱਕ ਰੱਬ ਰਾਖਾ।